गुड मॉर्निंग क्लास। गुड मॉर्निंग टू एवरीवन। प्लीज चेक करो आवाज और वीडियो आ रही है सब तक। ठीक है जी। जी क्लास, गुड मॉर्निंग एंड वेलकम टू ऑल ऑन द लॉन्च पैड आईएएस यूट्यूब चैनल। ਜੇ ਤੁਸੀਂ ਤਿਆਰੀ ਕਰ ਰਹੇ ਹੋ ਆਪਣੇ ਜੀਐਸ ਸੈਕਸ਼ਨ 3 ਦੇ ਸਟੈਟਿਸਟਿਕਸ ਦੀ। ਠੀਕ ਹੈ ਜੀ। ਹੋਪਫੁਲੀ ਤੁਸੀਂ ਲਾਸਟ ਜਿਹੜੇ ਪੰਜ ਕਲਾਸਿਸ ਹੋਈਆਂ ਨੇ ਉਹ ਕਵਰ ਕੀਤੀਆਂ ਹੋਣਗੀਆਂ। ਡੇ 1, ਡੇ 2, ਡੇ 3, ਡੇ 4, ਡੇ 5, ਜਿਸ 'ਚ ਆਪਾਂ ਕਵਰ ਕਰਕੇ ਗਏ ਆ ਮੀਨ, ਮੀਡੀਅਨ, ਮੋਡ। ਠੀਕ ਹੈ ਜੀ। ਵੇਰੀਐਂਸ, ਸਟੈਂਡਰਡ ਡੇਵੀਏਸ਼ਨ, ਇਹ ਸਾਰਾ ਕੁਝ ਆਪਾਂ ਕਰਕੇ ਗਏ ਆ ਬਹੁਤ ਅੱਛੇ ਤਰੀਕੇ ਨਾਲ। ਅਗਰ ਤੁਸੀਂ ਚੰਗੀ ਤਰ੍ਹਾਂ ਵੀਡੀਓਜ਼ ਦੇਖਦੇ ਹੋ ਤਾਂ ਗੁੱਡ ਮਾਰਨਿੰਗ ਜੀ, ਗੁੱਡ ਮਾਰਨਿੰਗ। ਤਾਂ ਅਗਰ ਆਪਾਂ ਉਹ ਚੀਜ਼ ਚੰਗੀ ਤੁਸੀਂ ਨੋਟ ਕੀਤੀ ਹੋਵੇ ਤਾਂ ਆਪਾਂ ਬਹੁਤ ਅੱਛੇ ਤਰੀਕੇ ਨਾਲ ਕਵਰ ਕੀਤਾ ਹੈ। ਈਵਨ ਕਿ ਲਾਸਟ 1 ਵੀਕ ਤੋਂ ਹੋਰ ਵੀ ਕਈ ਟੀਚਰਸ ਨੇ ਬਹੁਤ ਅੱਛੇ ਐਫਰਟਸ ਕੀਤੇ ਨੇ। ਬਟ ਵਨ ਥਿੰਗ ਆਈ ਹੈਵ ਨੋਟਿਸ ਕਿ ਜਿੰਨਾ ਜ਼ਿਆਦਾ ਤੁਸੀਂ ਦੇਖਦੇ ਹੋ ਤਾਂ ਤੁਹਾਨੂੰ ਇੱਕ ਚੀਜ਼ ਨੋਟਿਸ ਹੋਏਗੀ ਕਿ ਥਿਊਰੀ ਤੇ ਬਹੁਤ ਜ਼ਿਆਦਾ ਫੋਕਸ ਕੀਤਾ ਜਾ ਰਿਹਾ ਹੈ ਟੀਚਰਸ ਦੁਆਰਾ ਮੋਸਟਲੀ। ਜਦਕਿ ਅਗਰ ਆਪਾਂ ਦੇਖੀਏ ਜਿਹੜੇ ਇਹ 3 ਤੋਂ 4 ਕੁਐਸਚਨ ਆਣੇ ਨੇ, ਇਹ ਪਿਓਰਲੀ ਕੈਲਕੂਲੇਸ਼ਨ ਬੇਸ ਨੇ। ਇਸ ਥਿਊਰੀ ਦਾ ਬਹੁਤ ਘੱਟ ਰੋਲ ਆ। ਥਿਊਰੀ ਇਜ਼ ਗੁੱਡ, ਆਈ ਨੋ, ਬਟ ਜੋ ਤੁਹਾਨੂੰ ਇੱਥੇ ਆਣਾ ਹੈ, ਇੱਥੇ ਕੋਈ ਕੁਐਸਚਨ ਆਣੇ ਨੇ ਅਗਰ ਆਪਾਂ ਗੱਲ ਕਰੀਏ, ਉਹ ਕੁਐਸਚਨ ਮੇਨਲੀ ਬਣੂਗਾ ਤੁਹਾਡਾ ਮੀਨ, ਮੀਡੀਅਨ, ਮੋਡ ਦੀ ਕੈਲਕੂਲੇਸ਼ਨ ਤੇ, ਰਿਗਰੈਸ਼ਨ ਤੇ, ਕੋਰਿਲੇਸ਼ਨ ਤੇ, ਕੁਆਰਟਾਈਲ, ਡਸਾਈਲ, ਪਰਸੈਂਟਾਈਲ, ਜੋ ਸਿਲੇਬਸ ਹੈ ਬੇਸਿਕਲੀ। ਸੋ ਅਗਰ ਤੁਸੀਂ ਲਾਂਚ ਪੈਡ ਆਈਏਐਸ ਦੇ ਚੈਨਲ ਤੇ ਆ ਕੇ YouTube ਤੇ ਦੇਖਦੇ ਹੋ ਤਾਂ ਤੁਹਾਨੂੰ ਐਗਜ਼ੈਕਟਲੀ ਉਹੀ ਚੀਜ਼ ਪ੍ਰੋਵਾਈਡ ਕੀਤੀ ਜਾ ਰਹੀ ਹੈ ਜੋ ਤੁਹਾਨੂੰ ਚਾਹੀਦੀ ਹੈ। ਮੀਨਿੰਗ ਆਪਾਂ ਇੱਕ ਵੀ ਚੀਜ਼ ਐਸੀ ਨਹੀਂ ਕਵਰ ਕਰ ਰਹੇ ਜਾਂ ਇੱਕ ਵੀ ਚੀਜ਼ ਐਸੀ ਨਹੀਂ ਛੱਡ ਰਹੇ ਜਿਹੜੀ ਪੇਪਰ ਦਾ ਪਾਰਟ ਨਾ ਹੋਵੇ। ਮਤਲਬ ਵਟ ਐਵਰ ਵੀ ਆਰ ਕਵਰਿੰਗ ਦੈਟ ਆਲ ਬੀ ਦਾ ਪਾਰਟ ਆਫ ਸਿਲੇਬਸ। ਔਰ ਮੈਥ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਉਹ ਹੈ ਪ੍ਰੈਕਟਿਸ। ਔਰ ਤੁਸੀਂ ਜਿੰਨੇ ਵੀ ਲੋਕ ਮੇਰੀ ਵੀਡੀਓਜ਼ ਦੇਖ ਰਹੇ ਹੋ YouTube ਤੇ ਜਿਹੜਾ ਆਨਲਾਈਨ ਬੈਠੇ ਹੋ ਲਾਂਚ ਪੈਡ ਆਈਏਐਸ ਦੇ ਚੈਨਲ ਤੇ, ਜਾਂ ਜਿਹਨੇ ਆਫਲਾਈਨ ਬੈਠੇ ਹੋ ਸਾਡੇ ਕੋਲ ਇੱਥੇ, ਤਾਂ ਤੁਸੀਂ ਇੱਕ ਗੱਲ ਨੋਟਿਸ ਕਰੋ, ਵੀ ਆਰ ਦਾ ਵਨ ਜੋ ਸਿਰਫ ਇਹ ਕਵਰ ਕਰ ਰਹੇ ਆ ਕਿ ਤੁਹਾਡੀ ਪ੍ਰੈਕਟਿਸ ਵੱਧ ਤੋਂ ਵੱਧ ਹੋਏ। ਔਰ ਜਿਨ੍ਹਾਂ ਨੇ ਡੇ 1, ਡੇ 2, ਡੇ 3, ਡੇ 5 ਤੱਕ ਲਗਾਇਆ ਹੈ, ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਆਈਡੀਆ ਹੋਏਗਾ ਕਿ ਤੁਸੀਂ ਕਿੰਨੇ ਅੱਛੇ ਤਰੀਕੇ ਦੇ ਨਾਲ ਆਪਣੇ ਮੀਨ, ਮੀਡੀਅਨ, ਮੋਡ ਨੂੰ ਕਵਰ ਕਰ ਚੁੱਕੇ ਹੋ। ਕਿਉਂਕਿ ਦੇਖੋ, ਅਲਟੀਮੇਟਲੀ ਮੈਂ ਕੱਲ ਵੀ ਮੇਰਾ ਸੈਸ਼ਨ ਥਾ ਇੱਕ ਜਗ੍ਹਾ, ਤੇ ਮੈਂ ਇਹੀ ਨੋटिस कर रहा था कि पेपर 'ਚ ਆ ਕੇ ਰਿਹਾ ਸੀ ਕੱਲ ਪ੍ਰੀਵੀਅਸ PYQ डिस्कस कर रहे थे क्योंकि ਉੱਥੇ ਸਿਲੇਬਸ ਆਲਰੇਡੀ ਹੋ ਚੁੱਕਿਆ था ਪਹਿਲਾਂ, ਮਤਲਬ ਬਿਫੋਰ ਦਾ। ਅਗਰ ਆਪਾਂ ਗੱਲ ਕਰੀਏ ਸੀਸੈਟ ਹੋਣ ਤੋਂ ਪਹਿਲਾਂ ਅਸੀਂ ਕਾਫੀ ਕਵਰ ਕਰ ਲਿਆ था। ਬਟ ਨਾਓ ਆਪਣੇ ਨਾਲ ਥੋੜੀ ਸੀਰੀਜ਼ ਸ਼ੁਰੂ ਹੋਈ ਹੈ ਆਫਟਰ ਦਾ ਸੀਸੈਟ, ਜੋ ਕਿ ਨੈਸੈਸਰੀ ਵੀ ਹੈ। ਇਹਦੇ ਵਿੱਚ ਅਗਰ ਤੁਸੀਂ ਦੇਖੋਗੇ, ਜਿਨ੍ਹਾਂ ਨੇ ਵੀ ਹੁਣ ਤੱਕ ਪਹਿਲੀਆਂ 5 ਕਲਾਸਿਸ ਨਹੀਂ ਲਾਈਆਂ, ਪਲੀਜ਼ ਉਹ ਪਹਿਲੀ 5 ਕਲਾਸਿਸ ਅਟੈਂਡ ਕਰੋ। ਉੱਥੇ ਜਾ ਕੇ ਵਿਊਜ਼ ਚੈੱਕ ਕਰੋ, ਤੁਹਾਡੇ ਆਪਣੇ ਆਪਣੇ ਵਿਊ ਸ਼ੇਅਰ ਕਰੋ ਕਿ ਤੁਹਾਨੂੰ ਕਿਵੇਂ ਲੱਗ ਰਹੀ ਹੈ ਲੈਕਚਰ ਸੀਰੀਜ਼। ਠੀਕ ਹੈ। ਤੇ ਲਾਂਚ ਪੈਡ ਆਈਏਐਸ ਤੁਹਾਨੂੰ ਪ੍ਰੋਪਰਲੀ ਤਿਆਰ ਕਰੂਗਾ ਇਸ ਚੀਜ਼ ਦੇ ਉੱਪਰ, ਔਰ ਫ੍ਰੀ ਆਫ ਕਾਸਟ ਹੈ, ਸਭ ਨੂੰ ਪਤਾ ਹੈ। ਬਸ ਜੇ ਤੁਸੀਂ YouTube ਤੇ ਚੈੱਕ ਕਰ ਰਹੇ ਹੋ ਤਾਂ ਤੁਸੀਂ ਜਿਹੜੇ ਨੰਬਰ ਉੱਥੇ ਫਲੈਸ਼ ਆਊਟ ਹੋ ਰਹੇ ਨੇ ਤਾਂ ਉਹਨਾਂ ਨੰਬਰਾਂ ਤੇ ਕਾਲ ਕਰਕੇ ਟੈਲੀਗ੍ਰਾਮ ਗਰੁੱਪ 'ਚ ਐਡ ਵੀ ਹੋ ਸਕਦੇ ਹੋ। ਪਲੱਸ ਫ੍ਰੀ ਆਫ ਕਾਸਟ ਜਿਹੜੀ ਪੀਡੀਐਫs ਮਿਲਣੀਆਂ ਨੇ ਲੈ ਸਕਦੇ ਹੋ। ਲਾਸਟ ਜਿਹੜੀ ਤੁਹਾਨੂੰ ਪੀਡੀਐਫ ਪ੍ਰੋਵਾਈਡ ਕੀਤੀ ਸੀ ਪ੍ਰੈਕਟਿਸ ਸ਼ੀਟ, ਉਸ 'ਚ ਮੀਨ, ਮੀਡੀਅਨ, ਮੋਡ ਤੱਕ ਦੇ ਕੁਐਸਚਨ ਥੇ। ਇੱਕ ਤੁਹਾਨੂੰ ਅੱਜ ਹੋਪਫੁਲੀ ਯਾਨੀ ਤਾਂ ਕੱਲ ਤੱਕ ਸਭ ਦੇ ਗਰੁੱਪ 'ਚ ਅਪਲੋਡ ਹੋ ਜਾਏਗੀ। ਉਸ 'ਚ ਤੁਸੀਂ ਚੈੱਕ ਕਰੋਗੇ ਤੁਹਾਨੂੰ ਮਿਲੂਗਾ ਵੇਰੀਐਂਸ, ਸਟੈਂਡਰਡ ਡੇਵੀਏਸ਼ਨ, ਕੁਆਰਟਾਈਲ ਦੇ ਨੋਟਸ। ਠੀਕ ਹੈ ਜੀ, ਉਸ ਦੇ ਨੋਟਸ ਵੀ ਮਿਲਣਗੇ ਐਂਡ ਫॉर श्योर ਤੁਹਾਨੂੰ ਉਸ 'ਚ ਕੁਐਸਚਨ ਵੀ ਮਿਲਣਗੇ। ਸੋ ਆਪਾਂ ਹੁਣ ਜ਼ਿਆਦਾ ਸਮਝ ਲੈਂਦੇ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ। ਡੇ 6, ਡੇ 1 to 5 ਮੈਂ ਦੁਬਾਰਾ ਰਿਪੀਟ ਕਰ ਰਿਹਾ। ਜਿਹੜੇ ਪਹਿਲੀ ਵਾਰ ਇਸ ਚੈਨਲ ਨੂੰ ਦੇਖਣਗੇ ਜਾਂ ਪਹਿਲੀ ਵਾਰ ਇਸ ਵੀਡੀਓ ਤੇ ਆਣਗੇ ਚਾਹੇ ਆਨਲਾਈਨ, ਤਾਂ ਉਹ ਇੱਕ ਗੱਲ ਨੋਟ ਕਰਿਓ ਕਿ ਪਹਿਲਾਂ ਡੇ 1 ਤੋਂ ਲੈ ਕੇ ਡੇ 5 ਤੱਕ ਜ਼ਰੂਰ ਕਵਰ ਕਰ ਲਿਓ। ਕਿਉਂਕਿ ਡੇ 1 ਤੋਂ ਡੇ 5 ਦੇ ਵਿੱਚ ਹੀ ਆਪਾਂ ਨੇ ਜਿੰਨੇ ਬੇਸਿਕ ਕਨਸੈਪਟ ਨੇ, ਚਾਹੇ ਉਹ ਮੀਨ ਹੈ, ਚਾਹੇ ਉਹ ਮੀਡੀਅਨ ਹੈ, ਚਾਹੇ ਉਹ ਮੋਡ ਹੈ, ਵੇਰੀਐਂਸ ਹੈ, ਸਟੈਂਡਰਡ ਡੇਵੀਏਸ਼ਨ ਹੈ, ਮੀਨ ਡੇਵੀਏਸ਼ਨ ਹੈ, ਉਹ ਕਵਰ ਕਰ ਚੁੱਕੇ ਹਾਂ ਆਪਾਂ। ਠੀਕ ਹੈ ਜੀ। ਤੁਹਾਡੇ ਕੋਲ ਅੱਜ ਇੱਕ ਗਰੁੱਪ ਚ ਲਿਸਟ ਆ ਜਾਏਗੀ ਕਿ ਕਿਹੜੇ ਕਿਹੜੇ ਸਿਲੇਬਸ ਦੇ ਟੌਪਿਕਸ ਆਪਾਂ ਕਰ ਲਏ ਨੇ, ਕਿਹੜੇ ਆਪਣੇ ਰਹਿ ਗਏ ਨੇ, ਉਸ ਦੇ ਅਕੋਰਡਿੰਗ ਆਪਾਂ ਮੂਵ ਕਰਾਂਗੇ। ਨਾਓ ਜਿਹੜਾ ਅੱਜ ਦਾ ਨੈਕਸਟ ਟੌਪਿਕ ਹੈ ਜਿਹੜਾ ਇੰਪੋਰਟੈਂਟ ਹੈ, that is your ਸੈਂਟਰਲ ਡੈਵੀਏਸ਼ਨ। ਅਗਰ ਆਪਾਂ ਗੱਲ ਕਰੀਏ ਸੈਂਟਰਲ ਟੈਂਡੈਂਸੀ ਟੂ ਮੈਜ਼ਰ ਦਾ ਕੈਲਕੂਲੇਸ਼ਨਸ, ਕਿਸ ਚੀਜ਼ ਦੀ ਕੈਲਕੂਲੇਸ਼ਨ ਕਰਨ ਜਾ ਰਹੇ ਹਾਂ ਆਪਾਂ।
ਸੈਂਟਰਲ ਟੈਂਡੈਂਸੀ ਪੜਾਂਗੇ ਆਪਾਂ। ਇਹਦੇ ਤਿੰਨ ਫੈਕਟਰ ਆਉਂਦੇ ਨੇ। ਪਹਿਲਾ ਆਂਦਾ ਅਗਰ ਆਪਾਂ ਗੱਲ ਕਰਦੇ ਹਾਂ ਕੁਆਰਟਾਈਲ ਦਾ, ਫਿਰ ਡਿਸਾਈਲ ਦਾ, ਫਿਰ ਪਰਸੈਂਟਾਈਲ ਦਾ। ਇਹ ਤਿੰਨ ਫੈਕਟਰਸ ਨੇ। ਕਿਸ ਵਾਸਤੇ ਯੂਜ਼ ਹੁੰਦੇ ਨੇ ਇਹ? ਬੇਸਿਕਲੀ ਦੇਖੋ, ਅਗਰ ਆਪਾਂ ਬੋਰਡ ਤੇ ਫੋਕਸ ਕਰੀਏ, ਹਾਂਜੀ क्लास जो लास्ट टाइम हम पढ़ के गए थे ਉਹਦੇ ਵਿੱਚ ਆਪਾਂ ਨੇ ਮੀਡੀਅਨ ਪੜਿਆ था। बेसिकली मीन और मीडियन ਚ ਫਰਕ ਕੀ ਹੈ? ਜਿਹੜੀ ਮੀਨ ਵੈਲਿਊ ਹੁੰਦੀ ਹੈ, that is a central value of data। ਕਿਸੇ ਡਾਟਾ ਦੀ ਸੈਂਟਰਲ ਵੈਲਿਊ ਨੂੰ ਆਪਾਂ ਮੀਨ ਕਹਿੰਦੇ ਆ। ਕੋਈ ਵੀ ਡਾਟਾ ਆਪਾਂ ਯੂਜ਼ ਕਰਦੇ ਆ, ਉਹਦੀ ਇੱਕ ਵੈਲਿਊ ਕੱਢਣੀ ਪੈਂਦੀ ਹੈ। that central value is called as mean। ਠੀਕ ਹੈ। ਤੇ ਮੀਡੀਅਨ ਕੀ ਹੁੰਦੀ ਹੈ? ਆਪਣੇ ਕੋਲ ਕੋਈ ਸੀਰੀਜ਼ ਹੋਏਗੀ, ਉਸ ਸੀਰੀਜ਼ ਦੇ ਵਿੱਚ ਕੁਝ ਨੰਬਰਸ ਹੋਣਗੇ, ਤਾਂ ਮੀਡੀਅਨ ਦਾ ਮਤਲਬ ਹੁੰਦਾ ਹੈ ਮੀਡੀਅਨ ਉਸ ਨੰਬਰ ਸੀਰੀਜ਼ ਨੂੰ, ਉਸ ਨੰਬਰ ਸੀਰੀਜ਼ ਨੂੰ ਦੋ ਇਕੁਅਲ ਹਾਫ ਡਿਵਾਈਡ ਕਰਦਾ ਹੈ। मतलब फर्स्ट हाफ और सेकंड हाफ डिवाइड करके अपने को क्या आ जाती है? मीडियन आ जाती है। शायद ਤੁਸੀਂ ਨੋਟਿਸ ਕੀਤਾ ਹੋਣਾ, ਆਪਾਂ n/2 ਕਰਦੇ ਹਾਂ। n क्या है? कोई नंबर सीरीज ਦਾ ਸਮ, ਉਹਦਾ 2 ਕਰਾਂਗੇ ਤਾਂ ਮੀਡੀਅਨ ਆਪਾਂ ਨੂੰ ਕੀ ਕਰਦੀ ਹੈ? ਕਿਸੇ ਦੋ ਪਾਰਟਸ ਦੇ ਵਿੱਚ ਡਿਵਾਈਡ ਕਰਦੀ ਹੈ। ਠੀਕ ਹੈ ਜੀ। ਤੇ ਅੱਜ ਆਪਾਂ ਕਰਨ ਜਾ ਰਹੇ ਹਾਂ ਅੱਗੇ ਕੁਆਰਟਾਈਲ। ਕੁਆਰਟਾਈਲ ਕੀ ਕਰਦੇ ਨੇ? ਅਗਰ ਆਪਾਂ ਗੱਲ ਕਰੀਏ ਕੁਆਰਟਾਈਲਸ, ਕੁਆਰਟਾਈਲਸ ਕੀ ਕਰਦੇ ਨੇ? ਆਪਣੀ ਕਿਸੇ ਵੀ ਸੀਰੀਜ਼ ਨੂੰ, ऑब्वियस गल है, क्वार्टर, क्वार्टर मतलब चार च बनते हैं। लाइक एक, दो, तीन, चार। इस ਆਪਾਂ मोस्टली कैलकुलेशन करते हैं Q1 Q3 ਦੀ। ਕਿਉਂਕਿ ਜਦੋਂ ਆਪਾਂ Q2 ਦੇਖਾਂਗੇ, Q2 ਤਾਂ ऑब्वियस ਗੱਲ ਹੈ ਮੀਡੀਅਨ ਹੀ ਹੁੰਦੀ ਹੈ, ਦੋ ਪਾਰਟ ਇੱਧਰ, ਦੋ ਪਾਰਟ ਇੱਧਰ। ਸੋ ਆਪਾਂ Q1 ਕੱਢਦੇ ਹਾਂ ਤੇ Q3 ਕੱਢਦੇ ਹਾਂ। ਬੇਸਿਕਲੀ ਕੁਆਰਟਾਈਲ ਤਿੰਨ ਹੁੰਦੇ ਨੇ, Q1 Q2 Q3। ਜਿਹੜਾ Q1 ਕੁਆਰਟਾਈਲ ਹੈ, ਠੀਕ ਹੈ, ਇਹ ਹੁੰਦਾ ਲੋਅਰ ਕੁਆਰਟਾਈਲ। ਜਿਹੜਾ Q3 ਕੁਆਰਟਾਈਲ ਹੈ, ਇਹ ਹੁੰਦਾ ਅਪਰ ਕੁਆਰਟਾਈਲ। ਜਿਹੜਾ Q2 ਹੋ ਗਿਆ, ਜੋ ਕਿ ਐਜ਼ ਅ ਮੀਡੀਅਨ ਹੁੰਦਾ ਹੈ, ਇਹ ਹੁੰਦਾ ਮਿਡ ਕੁਆਰਟਾਈਲ। ਆਬਵੀਅਸ ਗੱਲ ਹੈ। ਠੀਕ ਹੈ। ਲੋਅਰ ਕੁਆਰਟਾਈਲ, ਅਪਰ ਕੁਆਰਟਾਈਲ ਤੇ ਮਿਡ ਕੁਆਰਟਾਈਲ। ਆਬਵੀਅਸ ਗੱਲ ਹੈ, ਆਪਾਂ Q2 इसका कैलकुलेशन नहीं करते, बिकॉज Q2 अगेन वर्क एज अ मीडियन ऑफ द सीरीज। सो किसी सीरीज ਦੀ ਮੀਡੀਅਨ ਕੱਢ ਲਈਏ ਜਾਂ Q2 ਕੱਢ ਲਈਏ, ਉਹ ਬਹੁਤ ਸਾਰ ਸੇਮ ਥਿੰਗ। ਸੋ ਕੁਆਰਟਾਈਲ ਕੀ ਕਰਦਾ ਹੈ? ਕਿਸੇ ਵੀ ਨੰਬਰ ਸੀਰੀਜ਼ ਨੂੰ ਚਾਰ ਪਾਰਟਸ ਬਣਦਾ ਹੈ, ਉਹਦੇ ਦੋ ਕੁਆਰਟਲ ਕੱਢਦੇ ਹੁੰਦੇ, ਇੱਕ Q1 ਇੱਕ Q3। Q1 ਹੁੰਦਾ ਲੋਅਰ ਕੁਆਰਟਾਈਲ, Q3 ਹੁੰਦਾ ਅਪਰ ਕੁਆਰਟਾਈਲ। ਸੋ ਬੇਸਿਕਲੀ ਕਿਸੇ ਸੀਰੀਜ਼ ਨੂੰ ਦੋ ਪਾਰਟਸ ਡਿਵਾਈਡ ਕਰਨਾ ਹੈ ਤਾਂ ਆਪਾਂ ਮੀਡੀਅਨ ਯੂਜ਼ ਕਰਦੇ ਹਾਂ। ਅਗਰ ਉਸੇ ਸੀਰੀਜ਼ ਨੂੰ ਆਪਾਂ ਨੇ ਚਾਰ ਪਾਰਟਸ ਡਿਵਾਈਡ ਕਰਨਾ ਹੈ, ਆਪਾਂ ਕੁਆਰਟਾਈਲ ਕਰਦੇ ਹਾਂ। 10 ਪਾਰਟ ਵਾਸਤੇ ਡਿਸਾਈਲ ਕਰਾਂਗੇ, ਫਿਰ ਅੱਗੇ ਪਰਸੈਂਟਾਈਲ ਕਰਾਂਗੇ। ਠੀਕ ਹੈ ਜੀ। ਕੁਆਰਟਾਈਲ ਦੇ ਵਿੱਚ ਆਪਣੇ ਕੋਲ ਬੇਸਿਕਲੀ 1 to 4, ਡਿਸਾਈਲ ਦੇ ਵਿੱਚ ਆਪਣੇ ਕੋਲ 1 to 10, और ऑब्वियस ਗੱਲ ਪਰਸੈਂਟਾਈਲ ਵਿੱਚ ਆਪਣੇ ਕੋਲ 1 to 100 ਕੁਝ ਨੰਬਰਸ ਤੇ ਡਿਵਾਈਡ ਕਰਾਂਗੇ। ਆਪਾਂ ਉਹਨੂੰ ਕੈਲਕੂਲੇਸ਼ਨ ਕਰ ਸਕਦੇ ਹਾਂ। ਸੋ ਅਲਟੀਮੇਟਲੀ ਦੇਖੋ, ਜੋ ਆਪਾਂ ਕਰਨ ਜਾ ਰਹੇ ਹਾਂ ਅੱਜ ਦਾ ਟੌਪਿਕ, ਉਹਦੇ ਵਿੱਚ ਮੇਨਲੀ ਆਪਾਂ ਗੱਲ ਕਰਾਂਗੇ ਕੁਆਰਟਾਈਲਸ ਦੀ। ਠੀਕ ਹੈ। ਕਿਉਂਕਿ ਲਾਸਟ ਟਾਈਮ ਤੱਕ ਜਿਨ੍ਹਾਂ ਨੇ, ਮੈਂ ਦੁਬਾਰਾ ਰਿਪੀਟ ਕਰ ਰਿਹਾ, ਜਿਨ੍ਹਾਂ ਨੇ ਆਪਣੀ ਬੇਸਿਕ ਮੀਨ ਮੀਡੀਅਨ ਮੋਡ ਦੀ ਵੀਡੀਓਜ਼ ਨਹੀਂ ਲਾਈਆਂ ਨੇ, ਉਹ ਡੇ 1 ਤੋਂ ਲੈ ਕੇ ਡੇ 5 ਤੱਕ ਲਾਂਚਪੈਡ ਆਈਏਐਸ ਦੇ YouTube ਚੈਨਲ ਦੇ ਉੱਪਰ ਹੈ। ਅਗਰ ਤੁਸੀਂ ਪੰਜਾਬ ਲਾਂਚਪੈਡ ਆਈਏਐਸ ਫਿਲ ਕਰਦੇ ਹੋ ਜਾਂ ਪੰਜਾਬ ਪੀਸੀਐਸ ਲਾਂਚਪੈਡ ਆਈਏਐਸ ਫਿਲ ਕਰਦੇ ਹੋ YouTube ਤੇ ਜਾ ਕੇ, ਤਾਂ ਤੁਹਾਨੂੰ ਸਰਚ ਕਰਕੇ ਸਾਰੀ ਵੀਡੀਓਜ਼ ਮਿਲ ਜਾਣਗੀਆਂ। ਉਹਨਾਂ ਵੀਡੀਓਜ਼ ਦੇ ਵਿੱਚ 1 ਤੋਂ ਲੈ ਕੇ 5 ਤੱਕ ਤੁਹਾਨੂੰ ਬੇਸਿਕ ਜੋ ਕਰਾਇਆ ਹੋਇਆ ਮੀਨ ਮੀਡੀਅਨ ਮੋਡ ਤੇ ਬਹੁਤ ਜ਼ਿਆਦਾ ਕੁਐਸਚਨ ਦੀ ਪ੍ਰੈਕਟਿਸ ਕਰਵਾਈ ਗਈ ਹੈ। ਔਰ ਅਗਰ ਤੁਸੀਂ ਉਹ ਵੀਡੀਓਜ਼ ਦੁਬਾਰਾ ਇੱਕ ਵਾਰੀ ਸੁਣੋਗੇ ਤਾਂ ਤੁਹਾਡੇ ਇਹ ਕਨਸੈਪਟ ਜਿਹੜੇ ਨੇ ਪੱਕੇ ਹੋ ਜਾਣਗੇ। ਤੇ ਅੱਜ ਦੀ ਡੇ 6 ਆਪਾਂ ਸ਼ੁਰੂ ਕਰ ਰਹੇ ਹਾਂ ਸੀਰੀਜ਼। ਡੇ 6 ਤੇ ਤੁਸੀਂ ਪੜਨ ਜਾਓਗੇ ਕਿ ਆਪਣੇ ਕੋਲ ਕੁਆਰਟਾਈਲਸ ਕਿਆ ਹੁੰਦੇ ਨੇ। ਕੁਆਰਟਾਈਲ ਦੇ ਵਿੱਚ ਆਪਣੇ ਕੋਲ ਤਿੰਨ ਚੀਜ਼ਾਂ ਆਉਂਦੀਆਂ ਨੇ, Q1 Q2 Q3। ਮੈਂ ਰਿਪੀਟ ਕਰ ਰਿਹਾ ਹਾਂ। Q1 ਹੁੰਦਾ ਲੋਅਰ ਕੁਆਰਟਾਈਲ, Q3 ਹੁੰਦਾ ਅਪਰ ਕੁਆਰਟਾਈਲ, Q2 ਤਾਂ ਮੀਡੀਅਨ ਦੀ ਮੀਡੀਅਨ ਦੀ ਤਰ੍ਹਾਂ ਹੀ ਕੰਮ ਕਰਦਾ ਹੈ। ਔਰ Q2 ਬੇਸਿਕਲੀ ਦੋ ਹਾਫ ਚ ਹੀ ਬਣਦਾ ਸੀਰੀਜ਼ ਨੂੰ, ਲਾਈਕ ਮੀਡੀਅਨ। ਬਟ ਆਪਣੇ ਕੋਲ ਅਗਰ ਲੋਅਰ ਹਾਫ ਤੇ ਅਪਰ ਹਾਫ ਚਾਹੀਦਾ ਹੈ ਤਾਂ ਆਪਣੇ ਕੋਲ ਆਪਾਂ ਕਰਦੇ ਹਾਂ Q1 ਤੇ Q3। ਬੇਸਿਕਲੀ ਸੀਰੀਜ਼ ਹੈ। Q1 ਉਹਦਾ 25% ਹਿੱਸਾ ਕਵਰ ਕਰਦਾ ਹੈ, Q2 50% ਹਿੱਸਾ ਕਵਰ ਕਰਦਾ ਹੈ, Q3 ਉਹੀ 75%, क्योंकि Q4 ਤਾਂ 100% ਹੋ ਜਾਏਗਾ। ਸੋ 1 2 3 ਹਿੱਸੇ। ਕੁਆਰਟਾਈਲ 25% ਤੇ ਲੋਅਰ, 75% ਤੇ ਅਪਰ ਕੁਆਰਟਾਈਲ। ਇਹ ਤਾਂ ਐਜ਼ ਅ ਮੀਡੀਅਨ ਕੰਮ ਕਰਦਾ ਹੈ। ਹੁਣ ਇਹ ਤਾਂ ਆ ਗਈ ਕਿ ਬੇਸਿਕਸ ਹੁੰਦਾ ਕਿ ਕੁਆਰਟਾਈਲ ਹੈ ਕਿਆ। ਪਲੀਜ਼ ਕਲਾਸ ਜਿਹੜੇ ਬੈਠੇ ਹੋ ਆਫਲਾਈਨ ਤੇ ਆਨਲਾਈਨ, ਇੱਥੇ ਦੱਸੋ ਕੋਈ ਡਾਊਟ ਹੈ ਤਾਂ ਕਿਸੇ ਨੂੰ? ਹੋਪਫੁਲੀ ਕਲੀਅਰ ਹੋਏਗਾ। ਕੁਆਰਟਾਈਲ ਹੈ ਕਿਆ? ਕਿਸੇ ਸੀਕੁਐਂਸ ਨੂੰ ਜਾਂ ਸੀਰੀਜ਼ ਨੂੰ ਚਾਰ ਇਕੁਅਲ ਪਾਰਟਸ ਡਿਵਾਈਡ ਕਰਨਾ, ਉਸ ਨੂੰ ਆਪਾਂ ਕਿਆ ਬੋਲਦੇ ਆ? ਕੁਆਰਟਾਈਲ। ਪਲੀਜ਼ ਇੱਥੇ ਰਿਸਪੌਂਡ ਬੈਕ ਕਰੋ ਕਲਾਸ। ਆ ਗਿਆ ਸਮਝ ਕੁਆਰਟਾਈਲ ਦਾ? ਕੈਲਕੂਲੇਸ਼ਨ ਕਿਵੇਂ ਕਰਨੀਆਂ ਨੇ ਉਹਦੀ ਥਿਊਰੀ ਤੋਂ ਅੱਗੇ ਚੱਲਦੇ ਆ ਆਪਾਂ, ਉਹ ਤੁਸੀਂ ਬੋਰਡ ਤੇ ਹੁਣ ਦੇਖੋਗੇ ਸਾਰਾ। ਇੱਥੇ ਤੱਕ ਓਕੇ ਹੈ? ਹਾਂਜੀ, ਕਿਸੇ ਨੂੰ ਡਾਊਟ? ਆਨਲਾਈਨ ਓਕੇ ਜੀ, ਠੀਕ ਹੈ ਜੀ, ਠੀਕ ਹੈ, ਗੁੱਡ। ਸੋ ਕੁਆਰਟਾਈਲ ਦੇ ਵਿੱਚ ਆਪਾਂ ਹੁਣ ਸੀਰੀਜ਼ ਕੈਲਕੂਲੇਸ਼ਨ ਸ਼ੁਰੂ ਕਰਦੇ ਹਾਂ। ਉਹ ਦੇਖੋ ਕਿਵੇਂ ਹੈ।
नाउ अगर आप देखिए क्वार्टाइल 1 विच इज साइज ऑफ करते हैं आप किदा n+1/4 टर्म जी Q1 आएगी तो Q2 वास्ते आप करते हैं साइज ऑफ 3n+1/4 टर्म। कभी भी Q1 कटना है फॉर्मूला है n+1/4, कभी भी Q3 कटना है तब फॉर्मूला होगा n+1/4 3 तो कहने का मीनिंग क्या कि अगर तुसी सिंपल क्वार्टाइल कटना है Q1 ते Q3 कटने हैं Q1 वास्ते फॉर्मूला है n+1/4 और Q3 वास्ते फॉर्मूला है n+1/4 × 3। ठीक है किਵੇਂ कैलकुलेट करेंगे वो ਆਪਾਂ क्वेश्चंस ਨੂੰ देख रहे हैं थोड़ा ਜਿਹਾ ध्यान देना जरा। सो बेसिक क्वार्टाइल कटन वास्ते जो आप यूज कर रहे हैं वो बेसिक दो फार्मूले ने टॉप स्क्रीन की रख रहे हैं एक डाटा चकते हैं। ठीक है जी डाटा चक के आप उतो शुरू करांगे जिवें मेरे को पहला डाटा है कि फ्रॉम द फॉलोइंग फ्रॉम द फॉलोइंग नंबर्स फ्रॉम द फॉलोइंग नंबर्स कुछ नंबर देते मैंने 21 15 40 30 26 45 45 50 54 60 75 65 और 70 ये कुछ नंबर ਦਿੱਤੇ ਹੋਏ ਨੇ ਇਹਨਾਂ ਦਾ ਆਪਾਂ ਨੇ Q1 ਐਂਡ Q3 ਕੈਲਕੂਲੇਟ ਕਰਨਾ ਹੈ। ਸੋ Q1 Q3 ਦਾ ਮਤਲਬ ਹੁੰਦਾ ਹੈ ਕੁਆਰਟਾਈਲਸ ਕੈਲਕੂਲੇਟ ਕਰਨੇ ਆਪਾਂ ਨੇ। ਦੇਖੋ ਜਿਵੇਂ ਮੈਂ ਤੁਹਾਨੂੰ ਕੱਲ ਸਿਖਾਈ ਥੀ ਮੀਡੀਅਨ ਕਰਦੇ ਵਕਤ ਆਪਾਂ ਨੰਬਰ ਸੀਰੀਜ਼ ਨੂੰ ਅਰੇਂਜ ਕਰਦੇ ਆ ਅਸੈਂਡਿੰਗ ਆਰਡਰ ਦੇ ਵਿੱਚ ਉसी तरह अगर ਤੁਸੀਂ ਕੁਆਰਟਾਈਲਸ ਕੈਲਕੂਲੇਟ ਕਰ ਰਹੇ ਹੋ अब अगर थोड़े को इस तरह एक इंडिविजुअल सीरीज दी होंगी इन्हें बोलते हैं इंडिविजुअल डाटा या इंडिविजुअल सीरीज। अगर थोड़े को कोई इंडिविजुअल सीरीज आती है या इंडिविजुअल डाटा आता है तो तुसी पहला उसको अरेंज करोगे असेंडिंग ऑर्डर कभी भी मीडियन कढना है क्वार्टाइल कढना है परसेंटाइल कढना है डेसाइल कढना है। सब तो पहला सीरीज ਨੂੰ ਜਿਹੜੀ ਇੰਡੀਵਿਜੂਅਲ ਸੀਰੀਜ਼ ਹੋਏਗੀ ਅਨਗਰੁੱਪ ਡਾਟਾ ਹੋਏਗਾ ਉਸ ਨੂੰ ਤੁਸੀਂ ਇੱਕ ਸੀਕੁਐਂਸ ਚ ਕਰੋਗੇ ਅਰੇਂਜ ਕਿਵੇਂ ਆਓ ਦੇਖੀਏ ਬੋਰਡ ਤੇ ਫਿਰ। ठीक है अपने को Q1 Q3 ਦਾ ਫਾਰਮੂਲਾ ਲਿਖਿਆ ਹੋਇਆ ਹੈ पर सब तो पहला आप इस सीरीज ਨੂੰ एक सीक्वेंस च अरेंज करते हैं। देखो किवें सब बोर्ड दिख रहा है क्लास विजिबल है नंबर सीरीज अपने को लेट्स अरेंज देम स्टार्ट करते हैं। सब तो पहला आएगी टर्म 15 15 तो बाद देखो कोई नंबर बड़ा है जैसे नंबर बड़ा 21 50 तो बाद 21 21 तो बाद 26 26 तो बाद 30 तो पेपर से कटना है तो थोड़े में इजीली कट रहे हैं अगर पेपर में कटना है जी जैसे अपन लिख रहे हैं पहला 15 आ गया देन की आ गया देन 26 26 देन अपने को आ गया 30 30 तो ऊपर नंबर केड़ा बड़ा अपने को दिख रहा है अपन दिख रहा है 40 40 40 तो बाद 45 45 तो बाद 45 क्लास जस्ट 45 45 तो बाद अपने को उस तो आ जा रहा है 50 देन 54 देन 60 65 देन ऑब्वियस गल है 70। so these are the numbers from which we have to calculate our quartile। अगर अपने को n देखने कितना आएगा और 1 2 3 4 5 6 7 8 9 10 11 n ਦੀ ਵੈਲਿਊ ਹੈ 11। ਵੈਸੇ n ਹੁੰਦਾ ਫ੍ਰੀਕੁਐਂਸੀ ਪਰ ਜਦੋਂ ਆਪਾਂ ਇੱਕ ਇੰਡੀਵਿਜੂਅਲ ਸੀਰੀਜ਼ ਕਰਦੇ ਆ ਜਾਂ ਅਨਗਰੁੱਪ ਡਾਟਾ ਕਰਦੇ ਆ ਉਹਦੇ ਵਿੱਚ n ਦੀ ਵੈਲਿਊ ਹੁੰਦੀ ਹੈ ਕਾਊਂਟਿੰਗ। ਠੀਕ ਹੈ ਕਿੰਨੇ ਕਾਊਂਟ ਕੀਤੇ ਆਪਾਂ ਨੇ ਨੰਬਰ ਆ ਗਿਆ 11 ਤਾਂ Q1 ਵਾਸਤੇ ਵੈਲਿਊ ਕੀ ਬਣੇਗੀ ਸਾਈਜ਼ ਕਰਾਂਗੇ Q1 ਦਾ n+1/4 टर्म ये अपना क्वार्टाइल होगी n कितना अपने को 11 11 + 1/4 12/4 अगर देखिए पूरा कट रहे हैं थर्ड टर्म अपने क्वार्टाइल होगी तब Q1 की वैल्यू होगी थर्ड टर्म 1 2 3 थर्ड है 26 तक Q1 अपने को 26 आ गया। इतना सौखा होता है क्वार्टाइल कटना कोई बड़ी कैलकुलेशन नहीं है। मैं बाकी टीचर्स वांगू वो या थ्योरी कराने बिलीव नहीं करता क्योंकि अपना स्टैट्स का पोर्शन जो है उत्ते 3 क्वेश्चन या 4 क्वेश्चन आने हैं मेरे अकॉर्डिंगली जिन्ना मैं हुण तक एनालाइज किया और 10 तो 12 साल मैंने भी टीच करते उस चीज से हुए ने मैं थोड़ी ज्यादा थ्योरी की लोड़ नहीं है क्योंकि बिकॉज अगर मैं बहुत थ्योरी इतने आके शो लिखूंगा करूंगा इट मीन दैट कि मैंने स्टैट की बहुत ज्यादा नॉलेज आ डजंट मीन टू यू गाइस थोड़े लिए वो चीज ओनली नेसेसरी नहीं है शायद कि आप थ्योरी से बहुत वर्कआउट करिए। थोड़े लिए जरूरी ये है कि जो क्वेश्चन आने हैं जिमें मीन हो गया मीडियन हो गया क्वार्टाइल हो गया उधर डायरेक्ट क्वेश्चन आने हैं और किमें टैकल करना है उससे आप काम कर रहे हैं। ठीक है सो जो ਲੌਂਚਪੈਡ ਆਈਏਐਸ ਦੀ ਕਲਾਸਿਸ ਚੱਲ ਰਹੀਆਂ ਨੇ ਉਹਦੇ ਵਿੱਚ ਸਟੈਟਸ ਦੀ ਸੀਰੀਜ਼ ਦੇ ਵਿੱਚ ਆਪਾਂ ਬਹੁਤ ਜ਼ਿਆਦਾ ਧਿਆਨ ਜਿਹੜਾ ਦੇ ਰਹੇ ਹਾਂ ਥਿਊਰੀ ਤੇ ਨਹੀਂ ਦੇ ਰਹੇ ਕਿਉਂਕਿ ਥਿਊਰੀ ਨਹੀਂ ਆਣੀ ਹੈ ਜ਼ਿਆਦਾ ਥਿਊਰੀ ਇਨ ਦ ਸੈਂਸ ਕਿ ਤੁਹਾਨੂੰ ਉੱਥੇ ਕੋਈ ਡੈਫੀਨੇਸ਼ਨਸ ਨਹੀਂ ਪੁੱਛਣ ਲੱਗਿਆ ਤੁਹਾਨੂੰ ਤੋਂ ਉੱਥੇ ਕੈਲਕੂਲੇਸ਼ਨ ਕਰਵਾਈ ਜਾਣਗੀਆਂ। ਤੁਸੀਂ 2013 15 18 ਤੇ 20 ਵਾਲਾ ਪੀਸੀਐਸ ਦਾ ਐਗਜ਼ਾਮ ਚੱਕ ਕੇ ਦੇਖੋ। ਠੀਕ ਹੈ ਮੈਂ ਵੀ ਕੱਲ ਐਨਾਲਾਈਜ਼ ਕਰ ਰਿਹਾ ਥਾ ਉਹ ਚੀਜ਼ਾਂ
ਤਾਂ ਤੁਹਾਨੂੰ ਡਾਇਰੈਕਟ ਕੁਐਸਚਨ ਆਣਗੇ ਕਿ ਮੀਨ ਇਹਦਾ ਕੱਢ ਦੋ, ਮੀਡੀਅਨ ਕੱਢ ਦੋ, ਕੁਆਰਟਾਈਲ ਕੱਢ ਦੋ, ਰਿਗਰੈਸ਼ਨ ਕੱਢ ਦੋ, ਕੋਰਿਲੇਸ਼ਨ ਕੱਢ ਦੋ, ਕੋਰਿਲੇਸ਼ਨ ਕੋਫੀਸ਼ੀਐਂਟ ਕੱਢ ਦੋ। ਸੋ ਥਿਊਰੀ ਬਹੁਤ ਘੱਟ ਪੋਰਸ਼ਨ ਉੱਥੇ ਆਣਾ ਹੈ। ਠੀਕ ਹੈ, ਉਹ ਆਪਾਂ ਲਾਸਟ ਜਦੋਂ ਕਲਾਸ ਹੋਏਗੀ 8th 9th ਡੇ ਦੀ ਕਲਾਸ ਤੇ ਤਾਂ ਆਪਾਂ ਕੋਈ ਡੈਫੀਨੇਸ਼ਨ ਵਰਕਆਊਟ ਜ਼ਰੂਰ ਕਰਾਂਗੇ। ਬਟ ਮੋਸਟਲੀ ਜੋ ਜ਼ਰੂਰੀ ਹੈ ਉਹ ਹੈ ਕੈਲਕੂਲੇਸ਼ਨ ਪਾਰਟ, ਕਿ ਆਪਾਂ ਕੁਆਰਟਾਈਲ, ਡੈਸਾਈਲ, ਪਰਸੈਂਟਾਈਲ ਕੱਢਣ ਜੋਗੇ ਹੈਗੇ ਕਿ ਨਹੀਂ ਹੈਗੇ। ਤਾਂ ਉਹਦੇ ਲਈ ਪਹਿਲੀ ਅੱਜ ਦੀ ਸੀਰੀਜ਼ ਚੱਲੀ ਹੈ ਜੋ ਡੇ 6 ਤੇ ਸ਼ੁਰੂ ਹੋਇਆ, ਉਸ ਚ ਕੀ ਹੈ, ਆਪਾਂ ਕੁਆਰਟਾਈਲ ਕੱਢ ਰਹੇ ਹਾਂ। ਕੁਆਰਟਾਈਲ 1 ਕੱਢਣ ਦਾ ਫਾਰਮੂਲਾ ਹੁੰਦਾ ਸਾਈਜ਼ ਆਫ n+1/4। ਜੇ ਆਪਣੇ ਕੋਲ ਇੱਕ ਇੰਡੀਵਿਜੂਅਲ ਸੀਰੀਜ਼ ਹੈ xi ਵਾਲੀ, ਤਾਂ ਕੁਆਰਟਾਈਲ ਕੱਢਣ ਦਾ ਸਿੰਪਲ ਫਾਰਮੂਲਾ ਹੈ, ਤੁਸੀਂ ਸੀਕੁਐਂਸ ਨੂੰ ਜੋ ਵੀ ਦਿੱਤਾ ਹੋਇਆ ਹੈ, ਸੀਰੀਜ਼ ਦਿੱਤੀ ਹੋਈ ਹੈ, ਉਹਨੂੰ ਅਸੈਂਡਿੰਗ ਆਰਡਰ ਚ ਅਰੇਂਜ ਕਰੋ, ਕਾਊਂਟ ਕਰੋ, n ਕਿੰਨਾ ਆਉਂਦਾ ਹੈ, ਜਿੰਨਾ n ਆਏਗਾ, ਚਾਹੇ ਈਵਨ ਆਏ ਚਾਹੇ ਓਡ ਆਏ, ਡੈਟ ਡਜ਼ਨਟ ਮੈਟਰ ਹੇਅਰ। ਈਵਨ ਆਏ ਓਡ ਆਏ, ਤੁਸੀਂ ਸਿਰਫ n ਚ ਪਾਣਾ ਹੈ, +1 ਕਰਨਾ ਹੈ, ਡਿਵਾਈਡ ਬਾਈ 4 ਕਰਨਾ ਹੈ, ਜੋ ਵੀ ਨੰਬਰ ਆਏਗਾ 19ਵੀਂ ਟਰਮ ਜਿਹੜਾ ਕੁਆਰਟਾਈਲ ਹੋਏਗੀ। ਸੋ ਹੋਪਫੁਲੀ ਇਹ ਚੀਜ਼ ਸਮਝ ਆ ਗਈ। ਪਲੀਜ਼ ਕਲਾਸ ਜਿਹਨੇ ਆਫਲਾਈਨ ਤੇ ਆਨਲਾਈਨ ਹੋ ਸਮਝਾਇਆ ਦੇਖੋ ਤੁਹਾਨੂੰ, ਰਿਸਪੌਂਡ ਕਰੋ। ਇੱਥੇ ਕੋਈ ਡਾਊਟ ਹੈ ਪਹਿਲਾਂ ਨੋਟਸ ਸੁਣਾ ਸਕਦੇ ਹੋ। ਲੋ ਜੀ, ਤੁਹਾਨੂੰ ਸਭ ਨੂੰ ਬੋਰਡ ਜਗ੍ਹਾ ਦਿਖ ਰਿਹਾ ਹੋਏਗਾ। ਹਾਂਜੀ ਆਨਲਾइन आया समझ क्वार्टाइल का पहला केस देखो, किसी डाउट है? आ गया जी, गुड, वेरी गुड। ठीक है, उस तो बाद अगर आप क्वार्टाइल 3 ਤੇ ਜਾ ਰਹੇ ਆ ਤਾਂ ਇਹ ਫਾਰਮੂਲਾ ਹੋ ਜਾਏਗਾ 3 टाइम n+1/4 टर्म। ਤਾਂ 3 टाइम n कितना है अपने को रे, n अपने को ऑब्वियस गल है 11 ही है, 11 + 1/4, तो अपने को 3 × 12/4, 4 1 जा 4, 4 3 जा 12, 3 3 जा 9 टर्म ਜਿਹੜੀ ਹੋਏਗੀ ਉਹ ਕੁਆਰਟਾइल ਹੋਏਗੀ थर्ड। ठीक है, 9th टर्म गिलो 9, 1 2 3 4 5 6 7 8 9, 9 टर्म आनी 60 60 बेटा है क्लास। ਤਾਂ 60 ਜਿਹੜਾ ਆਇਆ ਉਹ ਕੁਆਰਟਾਈਲ 3 ਦਾ ਰੋਲ ਪਲੇ ਕਰ ਰਿਹਾ ਹੈ। ਸੋ ਕੁਆਰਟਾਈਲ 3 ਦੀ ਵੈਲਿਊ ਆ ਗਈ 60। ਕਿਵੇਂ ਆਈ ਇਹ 60? ਦੇਖੋ ਸਭ ਤੋਂ ਪਹਿਲਾਂ ਕੁਆਰਟਾਈਲ 3 ਕੱਢਣਾ ਹੈ। ਕੁਆਰਟਾਈਲ 3 ਦਾ ਫਾਰਮੂਲਾ ਹੁੰਦਾ ਹੈ 3 टाइम्स n+1/4 टर्म। ठीक है जी, सो 3 टाइम n+1/4, n कितना अपने को 11। ठीक है, 11 + 1 12, 12/4 कट गया, 3 का 3 × 9, 9 टर्म, 9 किलांगे 1 2 3 4 5 6 7 8 9, ਤਾਂ 9ਵੀਂ ਟਰਮ ਹੈਗੀ ਆਪਣੇ ਕੋਲ 60, ਤਾਂ ਕੁਆਰਟਾਈਲ 3 ਆ ਗਿਆ 60। ਸੋ ਇਸ ਤਰੀਕੇ ਨਾਲ ਅਗਰ ਤੁਹਾਨੂੰ ਇੱਕ ਇੰਡੀਵਿਜੂਅਲ ਸੀਰੀਜ਼ ਦਿੱਤੀ ਜਾਂਦੀ ਹੈ ਤਾਂ ਤੁਸੀਂ ਇਹਦਾ ਕੁਆਰਟਾਈਲ ਕੱਢਣਾ ਹੈ। ਤਾਂ ਉਹਦਾ ਬੜਾ ਸਿੰਪਲ ਤਰੀਕਾ ਹੈ ਕਿ ਸਭ ਤੋਂ ਪਹਿਲਾਂ ਜਿਹੜੀ ਇੰਡੀਵਿਜੂਅਲ ਸੀਰੀਜ਼ ਦਿੱਤੀ ਹੋਈ ਹੈ ਉਹਨੂੰ ਅਰੇਂਜ ਕਰੋਗੇ ਇੱਕ ਅਸੈਂਡਿੰਗ ਆਰਡਰ 'ਚ। ਅਰੇਂਜ ਕਰਨ ਤੋਂ ਬਾਅਦ ਉਹਦੀ ਕਾਊਂਟਿੰਗ ਕਰੋਗੇ, ਕਾਊਂਟਿੰਗ ਤੋਂ n ਆਏਗਾ। ਕੁਆਰਟਾਈਲ 1 ਵਾਸਤੇ ਫਾਰਮੂਲਾ ਹੈ n+1/4, ਕੁਆਰਟਾਈਲ 3 ਵਾਸਤੇ ਫਾਰਮੂਲਾ ਹੈ 3 टाइम्स n+1/4। कैलकुलेशन करके ਜਿਹੜੀ ਨੰਬਰ ਆਫ ਟਰਮਸ ਆएंगियां ਉਥੋਂ ਕੁਆਰਟਾਈਲ ਕੱਢ ਲਓਗੇ। ਸੋ ਪਹਿਲੀ ਜਿਹੜੀ ਕੈਲਕੂਲੇਸ਼ਨ ਥੀਆਂ ਅੱਜ ਦੀ ਕਲਾਸ ਦੀਆਂ ਉਹ ਥੀਆਂ ਕੁਆਰਟਾਈਲ 1 ਤੇ 2। ਹੋਪਫੁਲੀ ਸਭ ਨੂੰ ਸਮਝ ਆਇਆ ਹੋਵੇਗਾ। ਪਲੀਜ਼ ਰਿਸਪੌਂਡ ਕਰੋ ਇੱਥੇ ਤੱਕ ਸਾਰੇ। ਸੋ ਕੁਆਰਟਾਈਲ 1 will number of terms be odd? Yes, number of terms can be odd, number of terms can be even, that doesn't matter here। और एक 11 आएगा, 12 आएगा, कुछ भी आएगा, 13 आएगा, ਤੁਸੀਂ ਸਿਰਫ ਐਚ ਪੁੱਟ ਕਰਨਾ ਹੈ। ਉਹ ਮੈਟਰ ਕਰਦਾ ਹੈ ਮੀਡੀਅਨ ਦੇ ਵਿੱਚ ਕਿ ਅਗਰ ਨੰਬਰ ਆਫ ਟਰਮਸ ਈਵਨ ਆਉਂਦੀਆਂ ਨੇ ਤਾਂ ਫਾਰਮੂਲਾ ਹੁੰਦਾ n/2, ਤੇ n/2 + 1 ਟਰਮ ਦਾ ਜੋ ਆਨਸਰ ਆਏਗਾ 2, ਉਹਨੂੰ ਪਲੱਸ ਨੇ ਹਾਫ ਕਰਨਾ ਹੈ। ਜੇ ऑड आएगा तो सिंपल n+1/2 करना है। बट अगर क्वार्टाइल कट रहे हो दैट डजंट मैटर कि अपने को नंबर ऑफ टर्म काउंटिंग ऑड आई है इवन आई है। मैं इवन का केस करा देना है, पर मैटर नहीं करेगा कि ऑड इवन है। जो भी नंबर आएगा वो नंबर पुट करोगे, +1 करोगे, डिवाइड बाय 4 करोगे, जो आंसर आएगा उसके अकॉर्डिंग आप क्वार्टाइल आंसर करेंगे। नाउ इज दैट क्लियर टू ऑल? प्लीज देखो तक। हाँ जी जयवीर, हो गया क्लियर? देखो थोड़ा है डाउट। नंबर ऑफ टर्म्स विल ऑलवेज बी ऑड। अगर थोड़ा डाउट है कोई फिक्स चीज नहीं है। नंबर ऑफ टर्म्स इवन भी हो सकती ने, ऑड भी हो सकती ने। एक चीज फिक्स है कि तुसी क्वार्टाइल 1 का फॉर्मूला सेम लगाना है n+1/4। क्वार्टाइल 3 वास्ते फॉर्मूला सेम लगाना है 3 टाइम n+1/4। ठीक है जी, हाँ ओके, ओके जी। बट इफ व्हाट सर इफ वी गेट डेसिमल वैल्यू? ओके जी, पॉइंट्स आ सकता है 10 दिन एक क्वेश्चन करा देना, तुम्हें क्लियर हो जाएगा कि अगर पॉइंट्स आए फिर क्या करना है। जस्ट नेक्स्ट क्वेश्चन ही करवा देना है। पहले दोस्तों ए ला क्लियर हो गया? आ सकता है महरम आंसर पॉइंट्स आ सकता है। मैं एक और केस सकता है पॉइंट्स वाला, पर पहले ये दोस्तों ये चीज क्लियर है ओके सबने पहला बेसिक्स तो। ठीक है जी, ਹੁਣ ਆਪਾਂ ਇੱਕ ਉਹ ਕੇਸ ਕਰਦੇ ਹਾਂ ਜਿਸ ਥੋੜੇ ਡਾਊਟਸ ਆ ਰਹੇ ਨੇ ਕਿ ਓਡ ਆਇਆ ਤਾਂ ਕੀ ਕਰਾਂਗੇ, ਈਵਨ ਆਇਆ ਤਾਂ ਕੀ ਕਰਾਂਗੇ। ਠੀਕ ਹੈ ਜੀ, ਕਲਾਸ ਆਫਲਾਈਨ ਓਕੇ ਸਾਰਿਆਂ ਨੂੰ? ਕਿਸੇ ਨੂੰ ਕਲਾਸ ਡਾਊਟ? ਠੀਕ ਹੈ, ਗੁੱਡ। ਸੋ ਇਸੇ ਕੁਇਜ਼ ਬਣਾ ਸਕਦੇ ਹੋ। ਨੈਕਸਟ ਅੱਗੇ ਚੱਲਦੇ ਆ। ਸੋ ਅਗਲਾ ਜਿਹੜੀ ਸੀਰੀਜ਼ ਹੈ ਹੁਣ ਤੁਹਾਡੀ ਇੱਕ ਡੈਸੀਮਲ ਦੇਖੀਏ, ਇੱਕ ਹੋਰ ਕਰਦੇ ਇਸ ਤੇ। ਤੁਹਾਨੂੰ ਪਤਾ ਹੈ ਵੈਸੇ ਵੀ ਆਪਾਂ ਲਾਂਚ ਪੈਡ ਆਈਏ ਚੈਨਲ ਤੇ ਇੱਕ ਸਭ ਤੋਂ ਵੱਡੀ ਸ਼ੁਰੂਆਤ ਇਹੀ ਕਰ ਰਹੇ ਆ ਕਿ ਆਪਾਂ ਬਾਕੀ ਟੀਚਰਸ ਵਾਂਗੂ ਫਾਸਟ ਨਹੀਂ ਚੱਲ ਰਹੇ ਬਹੁਤ ਜ਼ਿਆਦਾ। ਆਪਣਾ ਫੋਕਸ ਇਸ ਗੱਲ ਤੇ ਹੈ ਕਿ ਤੁਹਾਨੂੰ ਪ੍ਰੈਕਟਿਸ ਹੋ ਜਾਏ। ਹੁਣ ਚਾਹਾਂ ਤਾਂ ਮੈਂ ਅਗਲਾ ਟੌਪਿਕ ਸਕਿਪ ਕਰਕੇ ਅਗਲਾ ਕੁਐਸਚਨ ਕੀਤਾ ਤੇ 1 ਘੰਟੇ ਦੀ 2 ਘੰਟੇ ਦੀ ਵੀਡੀਓ ਦੇ ਵਿੱਚ ਸਾਰਾ ਸਟੈਟਸ ਹੋ ਸਕਦਾ ਹੈ। ਔਰ ਦੇਖਣ 'ਚ ਸ਼ਾਇਦ ਅੱਛਾ ਲੱਗੂਗਾ ਪਰ ਪ੍ਰੈਕਟਿਸ ਅੱਛਾ ਨਹੀਂ ਲੱਗੂਗਾ। ਸੋ ਇੱਕ ਕੁਐਰੀ ਪਹਿਲਾਂ ਸੋਲਵ ਕਰਦੇ ਆ ਫਿਰ ਅੱਗੇ ਵਧਦੇ ਆ। ਹਾਂਜੀ ਅੱਗੇ ਕੱਢ ਸਕਦੇ ਆ। ਹੋਰ ਆਪਾਂ ਟ੍ਰਾਇੰਗਲ ਚੱਕ ਲੈਂਦੇ ਆ। ਆਪਣੇ ਕੋਲ ਕੁਝ ਨੰਬਰ ਹੈ 120, ਜਿਵੇਂ 150, 170, 180,
181, 187, 190, 192, 200, 210। ठीक है जी। एक इंडिविजुअल ਆਪਾਂ ਨੂੰ ਸੀਰੀਜ਼ ਦਿੱਤੀ ਹੈ, ਇਹਦਾ ਕੁਆਰਟਾਈਲ 1 ਕੁਆਰਟਾਈਲ 3 ਕੈਲਕੂਲੇਟ ਕਰਨਾ ਹੈ। ਠੀਕ ਹੈ ਜੀ। ਸਭ ਤੋਂ ਪਹਿਲਾ ਕੰਮ ਮੈਂ ਤੁਹਾਨੂੰ ਸਿਖਾਇਆ ਹੈ, ਜਦ ਵੀ ਆਪਾਂ ਕੁਆਰਟਾਈਲ ਕੱਢਨੇ ਆ, ਕੋਈ ਵੀ ਸੀਕੁਐਂਸ ਆ ਗਈ ਜਦੋਂ ਕੁਆਰਟਾਈਲ ਜਾ ਰਹੇ ਆ, ਪਹਿਲਾਂ ਅਰੇਂਜ ਕਰਾਂਗੇ ਅਸੈਂਡਿੰਗ ਆਰਡਰ ਚ। ਆਲਰੇਡੀ ਅਰੇਂਜ ਹੈ ਫਿਰ ਕੋਈ ਚੱਕਰ ਨਹੀਂ ਹੈ, ਜੇ ਨਹੀਂ ਅਰੇਂਜ ਹੈ ਤਾਂ ਚੈੱਕ ਕਰਾਂਗੇ। ਹੁਣ ਮੈਨੂੰ ਲੱਗਦਾ ਹੈ ਆਲਰੇਡੀ ਅਰੇਂਜਡ ਹੈ ਨਾ। ਸੋ 120, 150, 120, 150, 170, 180, 181, 187, 190, 192, 200, 210। सो क्लास अगर ਤੁਸੀਂ ਧਿਆਨ ਨਾਲ ਡਾਟਾ ਦੇਖੋ, एग्जाम ਦੇ ਕਿਸੇ ਪੀਵਾਈ ਵਿੱਚ ਆਇਆ ਹੋਇਆ ਡਾਟਾ ਹੈ। ਠੀਕ ਹੈ, ਤੇ ਇਹਦੇ ਵਿੱਚ ਅਗਰ ਦੇਖਿਆ ਹੈ ਆਲਰੇਡੀ ਡਾਟਾ ਸਾਰਾ ਅਰੇਂਜਡ ਹੈ। ਠੀਕ ਹੈ ਜੀ। ਇੰਡੀਵਿਜੂਅਲ ਸੀਰੀਜ਼ ਹੈ, ਐਨ ਕਿਹਾ ਹੋਗਾ ਨੰਬਰ ਆਫ ਟਰਮਸ ਕਿੰਨੀਆਂ ਨੇ, 1 2 3 4 5 6 7 8 9 10। ਆ ਲੋ ਜੀ, ਪਿਛਲੀ ਵਾਰ ਔਡ ਥੀਆਂ, ਇਸ ਵਾਰ ਈਵਨ ਆ ਗਈਆਂ। ਨੰਬਰ ਆਫ ਟर्म 10 आ गया। Q1 का फॉर्मूला सेम रहेगा, चाहे और इवन नंबर आए चाहे ऑड आए। क्या फॉर्मूला सर, n प्लस 1 बाय फोर्थ टर्म। 4 क्यों सर, क्वार्टाइल कर रहे हैं। तो अपने को n कितना और आ गया 10, 10 प्लस 1 11, 11 बाय 4। अगर 11 4 से कर दो तो बिकम 2.75, 2.75 टर्म आ जाएगी। ठीक है, आ गया थोड़ा आंसर डेसिमल च। तो ਤੁਸੀਂ ਕਹਿ ਰਹੇ थे कि डेसिमल च आंसर आ सकता है, डेफिनेटली आ सकता है जी। तो अपने को डेसिमल च आंसर आ गया। ਹੁਣ ਆਪਾਂ ਨੇ ਕੀ ਕਰਨਾ ਹੈ, ਹੁਣ इसका क्वार्टाइल 1 का आंसर आएगा। इन्हें पढ़ते होने हैं। 2 कंप्लीट आया, प्लस सेकंड टर्म जो भी अरेंजमेंट आई, प्लस 0.75 ऑफ थर्ड टर्म माइनस सेकंड टर्म। 2 दो आ ना, 2.75 का करना की है, थर्ड टर्म माइनस सेकंड टर्म में ਤੁਸੀਂ ਕਰੋਗੇ ਤਾਂ ਤੁਹਾਡੇ ਕੋਲ ਆਨਸਰ ਆ ਜਾਏਗਾ ਕੁਆਰਟਾਈਲ 1 ਦਾ। ਪਲੀਜ਼ ਬੋਰਡ ਤੇ ਧਿਆਨ ਨਾਲ ਦੇਖ ਸਕਦੇ ਹੋ। ਤੁਹਾਡੇ ਕੋਲ डाटा आया, उस डाटा का क्वार्टाइल ਕੱਢ ਰਹੇ ਹੋ ਤੁਸੀਂ। ਜਿਵੇਂ डाटा था पहले ही अरेंज था, असेंडिंग ऑर्डर ਚ नहीं होएगा, ਆਪਾਂ ਕਰ ਲਾਂਗੇ। असेंडिंग ऑर्डर ਚ अरेंज करके ਆਪਾਂ Q1 ਕੱਢਣਾ ਹੋਏਗਾ ਤੇ Q3 ਕੱਢਣਾ ਹੋਏਗਾ। ਆ ਇੱਕ डाटा आया असेंडिंग ऑर्डर, ओके डन। ਫਿਰ ਉਸ ਚ ਆਪਣੇ ਕੋਲ n ਆਇਆ, n ਕਿੰਨਾ ਆਇਆ ਔਰੇ 10 ਆਇਆ। ਕਿਵੇਂ 10 ਆਇਆ ਸਰ, ਕਾਊਂਟ ਕਰ ਲਓ ਭਾਈ। ਜਦ ਵੀ ਇੰਡੀਵਿਜੂਅਲ ਸੀਰੀਜ਼ ਦਾ ਕੁਆਰਟਾਈਲ ਕੱਢਣਾ ਹੈ, ਸਭ ਤੋਂ ਪਹਿਲਾਂ ਆਪਾਂ ਕਾਊਂਟ ਕਰਾਂਗੇ 1 2 3 4 5 6 7 8 9 10। ਠੀਕ ਹੈ, n ਦੀ ਵੈਲਿਊ ਆਏਗੀ, ਇਹ ਵੈਲਿਊ ਇਵਨ ਹੋ ਸਕਦੀ ਹੈ, ਓਡ ਹੋ ਸਕਦੀ ਹੈ, ਪਰ ਦੈਟ ਡਸਨਟ ਮੈਟਰ ਟੂ ਅਸ। बस अपने को वैल्यू मैटर करती है। ओके, वैल्यू आ गई। देन Q1, Q1 का फॉर्मूला है n प्लस 1 बाय फोर्थ टर्म। n कितना है 10, 10 प्लस 11, 11 4 में कितना 2.75 आ गया। नाउ सर पीछे था थर्ड टर्म आ गई थी, ये फोर्थ टर्म आ गई, सीधी थर्ड टर्म फोर्थ टर्म आई, ऐसे देख लेंगे थर्ड फोर्थ फिफ्थ। बट अगर कुछ अपने को फ्रैक्शन आ गया 2.75 3.75 3.5 4.8 कुछ भी में आ गया, तो आप पहले कंप्लीट नंबर है वो टर्म ਚੱਕਾਂਗੇ, प्लस ਜਿਹੜੀ फ्रैक्शन वैल्यू है वो ਚੱਕਾਂਗੇ। ਜਿਵੇਂ 2 ਆਇਆ, 2 ਕਿਹਦੇ ਵਿੱਚ ਹੁੰਦੀ ਹੈ ਟਰਮ 3 ਤੇ 2 ਦੇ ਵਿੱਚ। ਅਗਰ ਉਹ 4 ਆਏਗਾ 4 ਤੇ 3 ਚੱਕਾਂਗੇ, ਇੱਕ ਪਿੱਛੇ ਇੱਕ ਨਹੀਂ ਹੁੰਦੀ ਟਰਮ। ਸੋ ਇੱਥੇ ਆਪਣੇ ਕੋਲ ਸੈਕੰਡ ਟਰਮ ਕਿੰਨੀ ਹੈ, ਉਹਨੇ ਸੈਕੰਡ ਟਰਮ ਹੈਗੀ 150, 150 ਆ ਗਿਆ। 0.75 ਨੂੰ ਆਪਾਂ 3/4 ਲਿਖ ਸਕਦੇ ਹਾਂ ਕੈਲਕੂਲੇਸ਼ਨ ਦੇ ਨਾਲ। ਥਰਡ ਟਰਮ ਕਿੰਨੀ ਆਪਣੇ ਕੋਲ ਉਹਨੇ 170, ਤੇ ਸੈਕੰਡ ਟਰਮ ਕਿੰਨੀ ਆਪਣੇ ਕੋਲ ਦੁਆਰਾ 150। ਸੋ 160 प्लस क्या मेरा क्लास 160 प्लस, अगर आप चलिए प्लस 3/4 टाइम्स 170 जो 150 का 20 और v आ गया। 4 1 जा 4, 4 5 20, 5 के 15, 160 प्लस 15। हाँ जी क्लास, सॉरी ये थे। ठीक है क्लास, अच्छा अपने को बाय मिस्टेक में तो 160 लिखा गया, 150 आएगा। ठीक है जी, सेकंड टर्म 150 है, 150 करेक्ट कर लो प्लीज एक मिनट सारे। 150 ਤੇ ਇੱਥੇ ਵੀ 150 ਕਰ ਲਓ प्लीज, बाय मिस्टेक में लिखा गया। एक मिनट देखो 150 प्लस 15 165 आएगा। सो एक क्वार्टाइल 1 आ गया। ठीक है जी, सो एक क्वार्टाइल 1 की वैल्यू है। हाँ जी संजीव आया समझ, महरम जयवीर ओके सब ਨੂੰ ਇਹ ਚੀਜ਼। ਸੋ ਇੱਥੇ ਆਪਣਾ ਡਾਊਟ ਕਲੀਅਰ ਹੁੰਦਾ ਹੈ ਜਿਨ੍ਹਾਂ ਦਾ ਡਾਊਟ था कि अपने को अगर परसेंटेज डाटा सॉरी फ्रैक्शन डाटा आया या डेसिमल जाएगा किਵੇਂ करना है। ठीक है जी क्लियर गुड। ਹੁਣ ਆਪਣੇ ਕੋਲ क्वार्टाइल 3 के लिए क्वार्टाइल 3 ਦੀ ਕੈਲਕੂਲੇਸ਼ਨ ਹੋਏਗੀਆਂ 3 टाइम n प्लस 1 बाय 4। 3 टाइम n के अपने को सेम रहेगा 10, 10 प्लस 11 बाय 4। सो 3 इंटू 11 बाय 4, बेसिकली 33 बाय 4
विच इज 8.25। चेक करना कैलकुलेशन को सारे क्लास, 8.25 आएगा। चेक करो, ये अपने को डाटा चल रहा है जिथे अपने को डाटा की है थोड़ा जिहा फ्रैक्शन जाना शुरू हो गया। ओके 8.25 तक ओके सबने क्लास। सो क्वार्टाइल 1 की गल करिए, क्वार्टाइल 1 अपने को आया था 165, क्वार्टाइल 3 ਹੁਣ 8.25 ਇਹਦਾ ਮਤਲਬ ਕੀ ਹੈ 8th ਟਰਮ प्लस 0.25। ਹੁਣ 8.25 अगर आप देखा 8.25 का मतलब क्या होगा, कॉमन सेंस है, सवा 8 जो होगा 9th टर्म तो लेके 8th, तो 9th टर्म माइनस 8th टर्म, ये दो आ जाएंगी। ओके जी, 8 टर्म कितनी है देखो, 1 2 3 4 5 6 7 8, 8वीं टर्म है 192 प्लस एक में 4 पॉइंट बचने पे कोई 4 लिख सकते हैं। 9 टर्म 9 है और 200 माइनस 8 टर्म 192, सो 192 प्लस 200 चो 192 पे कितना आ गया 8, 1/4 इंटू 8 1 2 प्लस करोगे 194। ये थोड़े क्वार्टाइल 3 की वैल्यू आ रही है। चेक कर लो प्लीज, कोई डाउट है किसी ने दसो। सो होपफुली क्लियर आइडिया हो गया एग्जाम्स Q3 सॉल्व करते हुए स्टेप शो करने ने, या डायरेक्टली नहीं स्टेप शो कर दो। ठीक है, स्टेप शो कर दो क्योंकि ਆਪਾਂ ਕੁਆਟਾਈਲ 1 ਦਾ ਕੁਆਟਾਈਲ 3 ਨਾਲ ਲਿੰਕ ਕੱਢ ਸਕਦੇ ਹਾਂ ਡਾਇਰੈਕਟਲੀ, ਪਤਾ ਚੱਲ ਰਿਹਾ ਆਪਾਂ 3 ਨਾਲ ਮਲਟੀਪਲ ਹੋ ਰਿਹਾ ਹੈ। ਬਟ ਤੁਸੀਂ ਅਗਰ ਸਟੈਪ ਲਿਖੋਗੇ ਪ੍ਰੋਪਰ ਤਾਂ ਵਧੀਆ, ਕਿਉਂਕਿ ਲੈਂਥ ਵੀ ਬਣਨੀ ਚਾਹੀਦੀ ਕੁਐਸਚਨ ਦੀ। ਸੋ ਸਟੈਪਸ ਲਿਖ ਦਿਓ, ਜਿਹਦਾ ਡਾਊਟ ਹੈ ਕਿ ਆਪਾਂ ਉਹ ਸਟੈਪ ਲਿਖੀਏ ਵਾਲੇ ਜਾਂ ਡਾਇਰੈਕਟਲੀ 3 ਨਾਲ ਮਲਟੀਪਲ ਕਰਾ ਦਈਏ ਇਸ ਚੀਜ਼ ਨੂੰ, ਨਹੀਂ ਤੁਸੀਂ ਸਟੈਪ ਲਿਖ ਦਿਓ। ਠੀਕ ਹੈ ਜੀ, ਓਕੇ ਹੋਪਫੁਲ ਡਾਊਟ ਕਲੀਅਰ ਹੋਇਆ। ਹਾਂਜੀ ਸੰਜੀਵ ਜੀ ਠੀਕ ਹੈ, 194 ਆंसर ਆਇਆ। सो क्लास मैंने एक दसो ਤੁਹਾਨੂੰ क्वार्टाइल फॉर इंडिविजुअल सीरीज समझ आ गया कि अगर कोई इंडिविजुअल सीरीज आ रही है क्वार्टाइल किਵੇਂ कैलकुलेट करना है। ਤਾਂ ਦੋ ਤਰੀਕੇ ਨੇ, ਦੇਖ ਸਕਦੇ ਦੁਬਾਰਾ ਇੱਕ ਵਾਰੀ देखो। क्वार्टाइल ਹੁੰਦਾ ਕੀ ਹੈ, बेसिकली ਆਪਾਂ ਦੋ ਗੱਲਾਂ ਪੜ੍ਹਦੇ ਆ, ਆਪਣੇ ਕੋਲ ਇੱਕ ਹੁੰਦੀ ਹੈ ਮੀਡੀਅਨ, ਇੱਕ ਹੁੰਦਾ ਕੁਆਰਟਾਈਲ ਫਿਰ ਡੈਸਾਈਲ। ਕਿਸੇ ਵੀ ਸੀਰੀਜ਼ ਨੂੰ ਦੋ ਇਕੁਅਲ ਹਾਫ ਚ ਡਿਵਾਈਡ ਕਰਨ ਲਈ ਜੋ ਆਪਾਂ ਯੂਜ਼ ਕਰਦੇ ਆ that is called median। ਠੀਕ ਹੈ ਸਰ, किसी भी सीरीज ਨੂੰ ਚਾਰ ਇਕੁਅਲ ਪਾਰਟਸ ਕਰਨ ਲਈ ਆਪਾਂ ਯੂਜ਼ ਕਰਦੇ ਆ ਕੁਆਰਟਾਈਲ। ਓਕੇ ਆਈਏ ਸਮਝ। ਤਾਂ ਕੁਆਰਟਾਈਲ ਕੱਢਣਾ ਕੀ ਹੁੰਦਾ ਹੈ, ਕੁਆਰਟਾਈਲ ਕੱਢਣ ਦਾ ਤਰੀਕਾ ਹੁੰਦਾ ਹੈ ਕਿ ਆਪਣੇ ਕੋਲ ਇੱਕ ਨੰਬਰ ਸੀਕੁਐਂਸ ਆਏਗਾ। ਠੀਕ ਹੈ, ਆਪਾਂ ਉਸ ਨੂੰ ਅਗਰ ਅਰੇਂਜ ਹੈ ਆਲਰੇਡੀ, ਠੀਕ ਹੈ, ਨਹੀਂ ਤਾਂ ਪਹਿਲਾਂ ਉਸ ਨੂੰ ਅਸੈਂਡਿੰਗ ਆਰਡਰ ਚ ਆਪਾਂ ਅਰੇਂਜ ਕਰਾਂਗੇ। ਜਿਵੇਂ ਆਪਾਂ ਕੀਤਾ ਅਸੈਂਡਿੰਗ ਆਰਡਰ ਚ ਅਰੇਂਜ ਕਰਤਾ, ਜਦੋਂ ਅਸੈਂਡਿੰਗ ਆਰਡਰ ਚ ਅਰੇਂਜ ਕਰ ਦਾਂਗੇ ਉਸ ਤੋਂ ਬਾਅਦ ਆਪਾਂ ਐਨ ਦੇਖਾਂਗੇ ਸਰ ਐਨ ਤਾਂ ਸਮ ਹੁੰਦਾ था कैपिटल एन। आई एग्री विद यू, बट जब ਤੁਸੀਂ ਕੁਆਰਟਾਈਲ ਕੱਢ ਰਹੇ ਹੋ ਤੁਹਾਡੇ ਕੋਲ ਇੱਕ ਇੰਡੀਵਿਜੂਅਲ ਸੀਰੀਜ਼ ਹੈ ਤਾਂ ਤੁਹਾਡਾ ਜਿਹੜਾ ਕੈਪੀਟਲ ਐਨ ਹੋਏਗਾ ਉਹ ਨੰਬਰ ਆਫ ਟਰਮਸ ਹੋਣਗੀਆਂ ਉਸ ਸੀਕੁਐਂਸ ਕਿ ਨਹੀਂ ਆਈਆਂ। ਤੇ ਇੱਥੇ ਜਿਹੜੀ ਨੰਬਰ ਆਫ ਟਰਮਸ ਆਈਆਂ ਨੇ ਉਹ ਆਈਆਂ ਨੇ 1 2 3 4 5 6 7 8 9 10 11, ਐਨ ਆ ਗਿਆ 11। ਕੁਆਰਟਾਈਲ 1 ਦਾ ਆंसर ਹੋਏਗਾ n plus 1/4, यानी कि अपने को 11 11 प्लस 1 12/4 सॉल्व करके थर्ड आ गया। थर्ड का मतलब थर्ड टर्म, थर्ड का मतलब हो रहे थर्ड टर्म, कितने थर्ड टर्म हो रहे 1 2 3 26 तक क्वार्टाइल 1 ਦਾ आंसर आ गया 26। ਹੁਣ ਇੱਥੇ ਆਪਣੇ ਕੋਲ ਜਿਹੜੀ ਵੈਲਿਊ ਆਈ ਥੀ ਉਹ ਵਿਦਆਊਟ ਫ੍ਰੈਕਸ਼ਨ ਆਈ ਥੀ, ਜੋ ਵੈਲਿਊ ਵਿਦਆਊਟ ਫ੍ਰੈਕਸ਼ਨ ਆ ਗਈ ਜਿਵੇਂ ਦੀ ਆ ਗਈ ਆਪਾਂ ਉਹ ਚੱਕ ਲਾਂਗੇ ਵੈਲਿਊ। ਉਸ ਤੋਂ ਬਾਅਦ ਦੁਬਾਰਾ ਸੀਕੁਐਂਸ ਕੈਲਕੂਲੇਟ ਕੀਤਾ Q3 ਵਾਸਤੇ। Q3 ਦਾ ਮਤਲਬ ਹੈ ਥਰਾਈਸ ਆਫ n plus 1/4, ਥਰਾਈਸ ਆਫ n plus 1/4 ਕਰਾਂਗੇ ਤਾਂ ਆंसर ਆਪਣੇ ਕੋਲ ਆ ਰਿਹਾ था 9th टर्म। 9th टर्म देखी सीक्वेंस दी 1 2 3 4 5 6 7 8 9 60, सो 60 अपना आंसर था। सो ये उदो केस लगावांगे ਜਦੋਂ ਆਪਣੇ ਕੋਲ ਜਿਹੜਾ ਕੁਆਰਟਾਈਲ ਹੈ ਇੱਕ ਇੰਡੀਵਿਜੂਅਲ ਸੀਰੀਜ਼ ਵਾਸਤੇ ਕਰ ਰਹੇ ਆ और डायरेक्ट थर्ड फोर्थ फिफ्थ टर्म आ रही है तब अपन डायरेक्ट देख लांगे। ठीक है जी, फिर कुछ बच्चे डाउट आया कि सर अगर तो डायरेक्ट कट गया ओके, पर अगर ये फ्रैक्शन जाना शुरू है देन व्हाट, देन कोई गल नहीं सर। जे अगर फ्रैक्शन आया हाँ थोड़े कोल कुछ नंबर्स थे 120 150 सारे नंबर्स थे, इन्हें नंबर्स ਨੂੰ ਤੁਸੀਂ ਅਰੇਂਜ ਕਰਿਆ ਸੀਕੁਐਂਸ ਚ ਆਲਰੇਡੀ ਅਰੇਂਜ थे। ठीक है कोई गल नहीं, ਆਪਾਂ कैलकुलेट करिया n आ गया अपने ਕੋਲ 10। क्वार्टाइल 1 ਕੱਢਣਾ है, क्वार्टाइल 1 ਕੱਢਣ ਵਾਸਤੇ ਤਰੀਕਾ ਉਹੀ ਰਹੇਗਾ, ਚਾਹੇ ਉਹਰੇ वैल्यू n ਦੀ ओड आए चाहे इवन आए, तरीका की है n plus 1 का डिवाइड बाय फोर्थ टर्म। 10 1 4 11 11/4 2.75, 2 आ गए मतलब सेकंड टर्म प्लस 0.75 आया 0.75 टाइम्स थर्ड टर्म माइनस सेकंड टर्म, क्योंकि 2.75 आएगा और कितने में आएगा कॉमन सेंस है 2 तो 3 में आएगा तो 3 माइनस 2। ठीक है 3 माइनस 2 कितना, अच्छा सेकंड टर्म नहीं है 150, 150 ले लिया अपने 0.75 ने 3/4 लिख सकते हैं कि में 75 कैसी मतलब 2 से हटाया 100, 25 एकम 25 25 50 25 75 25 का 100, दैट्स व्हाई 3/4 आ गया। 3/4 टाइम व्हाट थर्ड टर्म कितनी है, थर्ड टर्म 170, सेकंड टर्म 150 माइनस प्लस करके आंसर आया
सो दिस इज योर क्वार्टाइल 1। इस तरह ही क्वार्टाइल 3, 3n+1/4, 3 टाइम n+1/4, n कितना अपने को 10 +1 11/4, 33/4, 8.25, 8 टाइम कंप्लीट। 8.25 है ਤਾਂ 8 ਦੇ 9 ਦੇ ਵਿੱਚ ਹੀ, ਤਾਂ ਆਬਵੀਅਸ ਗੱਲ ਹੈ 0.25 ਟਾਈਮਸ 9 ਟਰਮ ਮਾਈਨਸ 8 ਟਰਮ। ਸੋ ਇਸ ਤਰੀਕੇ ਨਾਲ ਤੁਸੀਂ ਕੁਆਰਟਾਈਲ ਕੱਢ ਸਕਦੇ ਹੋ। ਹੋਪਫੁਲੀ ਇੰਨੀ ਜਿੰਨੀ ਕੁ ਆਪਾਂ ਵੀਡੀਓ ਅੱਜ ਸੁਣੀ ਹੈ ਡੇ 6 ਦੀ, ਤੁਹਾਡਾ ਕੁਆਰਟਾਈਲ ਸਭ ਦਾ ਇੰਡੀਵਿਜੂਅਲ ਸੀਰੀਜ਼ ਵਾਸਤੇ ਪੱਕਾ ਹੋ ਗਿਆ ਹੋਵੇਗਾ। ਕਿਸ ਡਾਊਟ ਹੈ ਪਲੀਜ਼ ਬੋਲੋ, ਨਹੀਂ ਆਪਾਂ ਅੱਗੇ ਚੱਲੀਏ। ਠੀਕ ਹੈ ਜੀ, ਓਕੇ ਗੁੱਡ। ਸੋ ਆਫਲਾਈਨ ਤੇ ਆਨਲਾਈਨ ਦੋਨੋਂ ਨੂੰ ਕਲੀਅਰ ਹੋ ਗਿਆ ਸਾਰਾ। क्लियर, ठीक है जी। ठीक है, मैं एक और सीक्वेंस दे रहा है, प्लीज एक क्वेश्चन और कर दो, क्योंकि इंपॉर्टेंट कॉन्सेप्ट है, पक्का हो जाएगा, बिल्कुल ही पक्का हो जाएगा। ਸਾਡੇ ਲਾਂਚ ਪੈਡ ਵੱਲੋਂ ਤੁਹਾਡੀ ਕੋਸ਼ਿਸ਼ ਸਾਡੀ ਇਹੀ ਹੈ ਕਿ ਤੁਹਾਡੇ ਲਈ ਇੰਨੇ ਕੁਐਸਚਨ ਲੈ ਕੇ ਆਏ ਜਾਣ ਤਾਂ ਕਿ ਤੁਸੀਂ ਕਲਾਸ 'ਚ ਹੀ ਪ੍ਰੈਕਟਿਸ ਕਰਦੇ ਕਰਦੇ ਪੱਕੇ ਹੋ ਜਾਓ। ਔਰ ਇੱਕ ਵਾਰ ਆਪਣੇ ਕਲਾਸ ਨੋਟਬੁੱਕ ਦੇਖੋ, ਦੈਨ ਤੁਹਾਨੂੰ ਕੁਝ ਹੋਰ ਦੇਖਣਾ ਨਾ ਪਏ, ਨਾ ਕੋਈ ਸੋਰਸ, ਨਾ ਕੋਈ ਹੋਰ ਵੀਡੀਓ, ਨਾ ਲੈਕਚਰ। ਵੀ ਥੋੜਾ ਜਿਹਾ ਸਾਡੇ ਹੋਰ ਸਾਥੀਆਂ ਨੇ ਵੀ ਪਹਿਲ ਕੀਤੀ ਹੈ, ठीक है, अच्छी पहल है, बट जब तक आप थ्योरी पे फोकस करांगे अपने कॉन्सेप्ट क्लियर नहीं होने। कॉन्सेप्ट क्लियर क्वेश्चन करके होने ਆ ਤੇ ਲਾਂਚ ਪੈਡ ਤੋਂ ਇਹੀ ਕੋਸ਼ਿਸ਼ ਕਰ ਰਿਹਾ ਕਿ ਤੁਸੀਂ ਵੱਧ ਤੋਂ ਵੱਧ ਸਾਡੇ ਨਾਲ ਜੁੜੋ, ਸਾਡੇ ਚੈਨਲ ਤੇ ਆਓ ਤੇ ਆਪਣੀ ਪ੍ਰੈਕਟਿਸ ਕਰੋ। ਔਰ ਜਿਹੜਾ ਤੁਹਾਡਾ ਸੁਪਨਾ ਹੈ ਪੀਸੀਐਸ ਆਫੀਸਰ ਬਣਨ ਦਾ, ਪੀਸੀਐਸ ਕਰੈਕ ਕਰਨ ਦਾ, ਉਹ ਪੂਰਾ ਹੋਵੇ। ਉਹਦੇ ਵਿੱਚ ਜੋ ਸਾਡਾ ਰੋਲ ਹੈ ਉਹ ਅਸੀਂ ਪੂਰਾ ਕਰ ਰਹੇ ਹਾਂ ਸਟੈਟਸ ਦਾ। ਬਾਕੀ ਟੀਚਰਸ ਵੀ ਲਾਂਚ ਪੈਡ ਟੀਮ ਦੇ ਲੱਗੇ ਹੋਏ ਨੇ, ਤੁਸੀਂ ਉਹਨਾਂ ਨੂੰ ਹੁਣ ਚੈੱਕ ਕਰਨ ਜਾ ਰਹੀ ਹੈ ਜੀ ਵੀਡੀਓ। वीडियो पॉज होगी, हाँ जी हाँ जी, क्लास देखो आ रही है, ओके जी जो करो। ठीक है, बाकी देख लो प्लीज, विजिबल है ਹੁਣ। तो हल्का टेक्निकल एरर आ गया होना, राइट। चल कोई गल नहीं, रिजॉल्व हो गया प्लीज। सो अपने को तीजा क्वेश्चन सेम सीरीज ਦਾ क्लास में जेन्युइनली मेरी अपनी कोशिश एज ए टीचर यही ਹੁੰਦੀ है कि ਜਦੋਂ आप एक अच्छे प्लेटफॉर्म ਤੇ ਪੜ ਰਹੇ ਹਾਂ, ਉसी प्लेटफॉर्म ਤੇ ਆ ਕੇ ਆਪਣੀ ਪੂਰੀ ਤਿਆਰੀ ਹੋਵੇ, ਆਪਾਂ ਨੂੰ ਕਿਸੇ ਹੋਰ ਵੀਡੀਓਜ਼ ਲਈ ਜਾਂ ਉਸੇ ਹੀ ਸਬਜੈਕਟ ਦੇ ਹੋਰ ਸੋਰਸਿਸ ਤੇ ਫੋਕਸ ਨਾ ਕਰਨਾ ਪਵੇ। ਕਿਉਂਕਿ ਇੱਕ ਗੱਲ ਯਾਦ ਰੱਖਿਓ, ਮੈਂ ਤੁਹਾਨੂੰ ਉਹੀ ਗੱਲ ਆਪਾਂ ਕਰਤੇ, ਲਾਸਟ 10 ਟੂ 12 ਇਅਰਸ ਮੈਂ ਜਿੰਨੇ ਬੱਚਿਆਂ ਨੂੰ ਸਕਸੈਸਫੁਲ ਹੁੰਦੇ ਦੇਖਿਆ, ਜਿੰਨੀ ਸਟੋਰੀਆਂ ਮੈਂ ਸੁਣੀਆਂ ਨੇ ਹੈ ਨਾ, ਜਾਂ ਜਿੰਨੀ ਸਟੋਰੀ ਦਾ ਅਸੀਂ ਪਾਰਟ ਰਹੇ ਹਾਂ ਕਿ ਉਹਨਾਂ ਨੂੰ ਬਣਾਉਣ ਚ ਹੈਲਪ ਕੀਤੀ ਹੈ, ਤਾਂ ਉਸ ਚ ਬੇਟਾ ਇੱਕ ਗੱਲ ਫੋਕਸ ਰਹੀ ਹੈ, ਟੌਪਰਸ ਕਦੇ ਵੀ 10 ਸੋਰਸ ਫੋਲੋ ਨਹੀਂ ਕਰਦੇ। ਟੌਪਰਸ ਇੱਕ ਸੋਰਸ ਫੋਲੋ ਕਰਦੇ ਨੇ ਪਰ ਉਹ 10 ਵਾਰ ਰਿਵਾਈਜ਼ ਕਰਦੇ ਨੇ। ਮੇਰੀ ਗੱਲ ਦਾ ਯਕੀਨ ਮੰਨਿਓ, ਮੈਂ ਇੰਨੇ ਕੁ ਐਕਸਪਾਇਰੈਂਟਸ ਨੂੰ ਦੇਖ ਚੁੱਕਿਆ ਆਪਣੇ ਕਰੀਅਰ ਦੇ ਵਿੱਚ। ਅਗਰ ਤੁਸੀਂ ਇੱਕ ਚੀਜ਼ ਦੇ ਹੀ ਸਪੋਜ਼ ਇੱਕ ਟੌਪਿਕ ਦੇ 10 ਟੀਚਰਸ ਨੂੰ ਸੁਣਦੇ ਹੋ, ਕੋਈ ਵੀ ਆਪਣੇ ਆਪ ਚ ਬੁਰਾ ਨਹੀਂ ਪੜਾ ਰਿਹਾ ਅੰਦਰ, ਅਜੇ ਸਭ ਨੂੰ ਨੌਲੇਜ ਹੁੰਦੀ ਆ, ਤਾਂ ਹੀ ਅਗਲਾ ਉਸ ਚੀਜ਼ ਨੂੰ ਇਨੀਸ਼ੀਏਟਿਵ ਲੈਂਦਾ ਹੈ। ਠੀਕ ਹੈ, ਬਟ ਅਗਰ ਆਪਾਂ ਬੀਇੰਗ ਐਨ ਐਸਪਾਇਰੈਂਟ 10 ਸੋਰਸਸ ਫੋਲੋ ਕਰਦੇ ਆ ਵਨ ਟਾਈਮ, ਆਪਣੀ ਤਿਆਰੀ ਕੁਝ ਵੀ ਨਹੀਂ ਹੋਣੀ। ਪਰ ਹਾਂ, ਅਗਰ ਆਪਾਂ ਇੱਕੋ ਸੋਰਸ ਨੂੰ 10 ਵਾਰ ਫੋਲੋ ਕਰਦੇ ਆ ਤਾਂ ਵੀ ਵਿਲ ਬਿਕਮ ਦਾ ਮਾਸਟਰ ਆਫ ਦੈਟ। ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ, ਫਿਰ ਆਪਾਂ ਅੱਗੇ ਵਧਦੇ ਆ। ਠੀਕ ਹੈ, ਸੀਕੁਐਂਸ ਥੋੜੇ ਸੀਰੀਜ਼ ਲਿਖੀ ਹੋਈ ਹੈ, ਇਹ ਵੀ ਕੈਲਕੂਲੇਟ ਕਰ ਸਕਦੇ ਹੋ। ਜਦੋਂ ਕਲਾਸ मैं टीच करना शुरू किया था, आई वॉज गुड इन मैथ। ठीक है, बिकॉज आई एम बिलोंग टू इंजीनियरिंग बैकग्राउंड। ਤਾਂ ਮੈਂ ਅਸੀਂ ਮੈਥ ਵੈਸੇ ਵਧੀਆ ਹੁੰਨੇ ਆ, ਬਟ ਬੇਟਾ ਹੱਥ ਬਿਠਾਉਣ ਚ ਟਾਈਮ ਲੱਗਦਾ ਹੈ, ਕੈਲਕੂਲੇਸ਼ਨ ਟਾਈਮ ਲੱਗਦਾ ਹੈ। ਠੀਕ ਹੈ, ਆਈ ਵਾਸ ਟॉपर ऑफ माय बैच, है ना, टॉपर ऑफ द क्लास, टॉपर ऑफ यूनिवर्सिटी। ਤਾਂ ਉਹ ਚੀਜ਼ ਮੈਂ ਰਿਹਾ ਆਪਣੇ ਆਪ ਚ। ਔਰ ਉਸ ਟਾਈਮ ਤੇ ਮੇਰੇ ਸਾਡੇ ਕੋਲ ਉਸ ਟਾਈਮ ਕੋਈ YouTube ਦਾ ਐਕਸੈਸ ਨਹੀਂ था, ਬਿਕॉज ਅੱਜ ਤੋਂ 10 ਸਾਲ ਪਹਿਲਾਂ ਦੀ ਗ੍ਰੈਜੂਏਸ਼ਨ ਹੈ ਮੇਰੀ, 10 ਤੋਂ 12 ਸਾਲ ਪਹਿਲਾਂ ਦੀ। ਤਾਂ ਉਹਦੇ ਵਿੱਚ ਉਸ ਟਾਈਮ ਤੁਹਾਨੂੰ ਪਤਾ YouTube ਆ, ਪਿਛਲੇ ਜਦੋਂ ਕਰੋਨਾ ਆਇਆ ਉਸ ਤੋਂ ਬਾਅਦ YouTube ਤੇ ਆਪਾਂ ਨੂੰ ਕੰਟੈਂਟ ਮਿਲਣਾ ਸ਼ੁਰੂ ਹੋਇਆ, YouTube ਤੇ ਆਪਾਂ ਆ ਸਕੇ। अर्लीयर इट वाज अ गेम ऑफ कि ਤੁਸੀਂ ਬੁੱਕਸ ਚੱਕੋ ਪ੍ਰੈਕਟਿਸ ਕਰੋ, ਰਾਈਟ। ਤੇ ਉਹੀ ਚੀਜ਼ ਅੱਜ ਹੈ, ਅਗਰ ਤੁਸੀਂ ਬੁੱਕਸ ਚੱਕ ਕੇ ਪ੍ਰੈਕਟਿਸ ਕਰਦੇ ਹੋ ਤਾਂ ਹੈਲਪਫੁਲ ਹੁੰਦੀ ਹੈ। ਬਟ ਠੀਕ ਹੈ, ਟੈਕਨੋਲੋਜੀ ਇੰਪਰੂਵ ਕਰੀ ਹੈ,
ਤਾਂ ਲਾਂਚਪੈਡ ਆਈਏਐਸ ਦੇ ਵੱਲੋਂ ਸਾਡੀ ਕੋਸ਼ਿਸ਼ ਇਹ ਹੈ ਕਿ ਤੁਸੀਂ ਸਿਰਫ ਲਾਂਚਪੈਡ ਆਈਏਐਸ ਦੇ YouTube ਚੈਨਲ ਤੇ ਆਓ ਤੇ ਇੱਕੋ ਜਗ੍ਹਾ ਤੁਹਾਨੂੰ ਸੋਰਸ ਮਿਲੇ। ਔਰ ਮੇਰੀ ਤੁਹਾਨੂੰ ਇਹ ਰਿਕੁਐਸਟ ਵੀ ਲਾ ਲਓ, ਤੁਹਾਨੂੰ ਇੱਕ ਐਡਵਾਈਸ ਵੀ ਕਹਿ ਲਓ, ਠੀਕ ਹੈ, ਕਿਉਂਕਿ ਤੁਸੀਂ ਛੋਟੇ ਬੱਚੇ ਨਹੀਂ ਹੋ ਕਿ ਤੁਹਾਨੂੰ ਸਮਝਾਉਣਾ ਪਊਗਾ ਉਹਨੇ ਡਿਟੇਲ 'ਚ, ਬੜੇ ਹੋ, ਸਮਝਦਾਰ ਹੋ। ਅਗਰ ਤੁਸੀਂ ਸਾਡੀਆਂ ਹੀ YouTube ਤੇ ਜਿਹੜੀ ਵੀਡੀਓਜ਼ ਪੈ ਰਹੀਆਂ ਨੇ ਇਹ, ਜਿਨ੍ਹਾਂ ਨੇ ਇੱਕ ਵਾਰ ਕਲਾਸ ਲਗਾ ਲਈ ਹੈ, ਤਾਂ ਫॉर श्योर ਇੱਕ ਵਾਰ ਦੁਬਾਰਾ ਜਾ ਕੇ ਸੇਮ ਵੀਡੀਓ ਸੁਣੋ, ਚਾਹੇ ਥੋੜਾ ਫਾਸਟ ਕਰਕੇ ਸੁਣ ਲਓ ਜਾਂ ਸਕਿਪ ਕਰਕੇ ਸੁਣ ਲਓ, ਬਟ 2 ਤੋਂ 3 ਵਾਰ ਸੇਮ ਟੀਚਰ ਦੀ ਸੇਮ ਵੀਡੀਓ ਸੁਣੋ, ਤੁਹਾਡਾ ਕਨਸੈਪਟ ਪੱਕਾ ਹੋ ਜਾਏਗਾ। ਔਰ ਜਿੰਨੇ ਕੁਐਸਚਨ ਅਸੀਂ ਲਾਂਚ ਪੜ ਆਈਏਐਸ ਦੇ YouTube ਚੈਨਲ ਤੇ ਕਰਾ ਰਹੇ ਹਾਂ, ਉਹਨਾਂ ਨੂੰ ਪ੍ਰੈਕਟਿਸ ਕਰ ਲਓ, ਉਹ ਮੋਰ ਦੈਨ ਸਫੀਸ਼ੀਐਂਟ ਨੇ। ਔਰ ਜਿਹੜੀ ਤੁਹਾਨੂੰ ਪ੍ਰੈਕਟਿਸ ਸ਼ੀਟਸ ਮਿਲੇਗੀ ਤੁਹਾਡੀ ਟੈਲੀਗ੍ਰਾਮ ਜਾਂ WhatsApp ਗਰੁੱਪ ਦੇ ਵਿੱਚ, ਠੀਕ ਹੈ, ਉਸ ਸ਼ੀਟਸ ਨੂੰ ਪ੍ਰੈਕਟਿਸ ਕਰੋ। लास्ट टाइम 2 शीट्स मिल चुकी थी, एक आज नहीं तो कल फॉर श्योर मिल चुकी। ठीक है, जिन्होंने आंसर आ गया वेरी गुड है, मैं स्क्रीन पे देख पा रहे हैं। क्लास ऑफलाइन भी कर लिया सबने ला। सो एक बार जस्ट देखिए, अपने को डाटा अरेंज है 21 25 29 32 48 52 57 64 21 25 29 32 48 52 57 61। यस सर, अरेंज है। तब कटना की है एन, यानी कि 1 2 3 4 5 6 7 8, एन 8 आ गया। तो क्वार्टाइल 1 ये क्या होएगा, n प्लस 1/4, n की वैल्यू 8 प्लस 1/4, तो अल्टीमेटली 9/4। अगर तुम डिवाइड करते हो तो 0.5 आएगा। लिखने तरीका तुम्हें समझ आ गया। सेकेंड टर्म प्लस 0.25 टाइम्स थर्ड टर्म माइनस सेकेंड टर्म। सेकेंड टर्म कितनी हो रही, 25 प्लस 1/4 टाइम थर्ड टर्म, 29 प्लस 25, 25 प्लस 1/4, 29 से 25 गया 4, कैंसिल। ठीक है जी, कोई डाउट है किसी को? हाँ जी क्लास, किसी डाउट है कोई थे? तो कोई डाउट नहीं, सब ठीक। ओके जी, 26 आ रहा है देखना, जिन्होंने क्वार्टाइल 1 आंसर 29 करे चेक करो, 26 आ रहा है मेरे ख्याल में। क्लास चेक करना प्लीज, 26 आएगा क्लास, जिन्होंने आंसर 29 है प्लीज चेक करो। हेलो, किसी ने कुछ कहना है बेटा? ਹੈਲੋ हाँ जी संजीव जी बोलो। ਸਰ, ਜਿਹੜਾ ਆਪਣਾ ਲੋਗੋ ਆ ਰਿਹਾ ਨਾ MTNL ਦਾ, ਇਹਦੇ ਪਿੱਛੇ ਇੱਕ ਤੁਸੀਂ ਸੀਰੀਜ਼ ਲਿਖੀ ਪਈ ਹੈ ਨਾ ਜਿਹੜੀ, ਉਹ ਨਜ਼ਰ ਨਹੀਂ ਆਈ ਸਾਨੂੰ ਕਲੀਅਰ, ਉਹਦੇ ਕਰਕੇ अच्छा, ओके ओके, उसे 21 है जी, 21 संजीव जी ਹਾਂ ਹਾਂ 20, ਹਾਂ ਹੁਣ ਕਲੀਅਰ ਹੈ ਸਰ। ठीक है तभी ठीक है, गलत मैं हो गया सोचा आंसर। कोई गल नहीं जी, कोई गल नहीं संजीव जी। मैथड ठीक है समझ आ गया सर। चंगी तरह जी? हाँ जी हाँ जी सर, हाँ जी क्लियर है सर। ओके ओके जी, ओके 26 आऊगा जी। ओके ओके सॉरी, चलो थोड़ी भी कोई मिस्टेक नहीं। ठीक है, 29 में आंसर ताई मैं सोल्व किया, मैं 29 ਤਾਂ ਨਹੀਂ ਆਣਾ ਚਾਹੀਦਾ, ਪਰ ਚਲੋ ਕੋਈ ਗੱਲ ਨਹੀਂ, 26 ਆंसर ਆ ਗਿਆ ਸਭ ਦਾ क्लास। ਸੋ ਅੱਛਾ, ਇੱਕ ਗੱਲ ਨੋਟਿਸ ਕਰਿਓ, ਤੁਸੀਂ ਆਪ ਫੀਲ ਕਰੋਗੇ ਜਦੋਂ ਆਪਾਂ ਕੁਆਰਟਾਈਲ ਸ਼ੁਰੂ ਕੀਤਾ ਤਾਂ ਆਪਾਂ ਨੂੰ ਪਤਾ था ਜਾਂ ਨਹੀਂ ਪਤਾ था, ਬਟ ਜਦੋਂ ਸ਼ੁਰੂ ਕੀਤਾ ਕਿ ਹਾਂ ਯਾਰ ਕੁਆਰਟਾਈਲ ਹੁੰਦਾ ਹੈ, ਫਿਰ ਥੋੜਾ ਸਮਝ ਆਇਆ, ਫਿਰ ਦਿਮਾਗ 'ਚ ਆਇਆ ਕਿ ਡਾਊਟਸ ਇਹਦੇ ਵਿੱਚ ਸਰ ਡੈਸੀਮਲ ਆਏਗਾ ਨਹੀਂ ਆਏਗਾ। ਪਰ ਜਦੋਂ ਹੁਣ ਤੁਸੀਂ ਤੀਜੇ ਕੁਐਸਚਨ ਤੇ ਕਰ ਰਹੇ ਹੋ, ਥੋੜਾ ਹੱਥ ਨੈਚੁਰਲੀ ਖੁੱਲ ਚੁੱਕਿਆ ਹੋਏਗਾ। ਬਸ ਲਾਂਚ ਪੈਡ ਵੱਲੋਂ ਸਾਡੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਤੁਹਾਨੂੰ ਕਰਦੇ ਕਰਦੇ ਕੌਨਫੀਡੈਂਸ ਜਾ ਜਾਏ ਕਿ ਹਾਂ ਯਾਰ ਤਾਂ ਹੋ ਗਿਆ, ਕੁਝ ਵੀ ਨਹੀਂ ਹੈ। ਸੋ ਇੰਨਾ ਹੀ ਈਜ਼ੀ ਹੈ ਸਟੈਟਸ। ਈਵਨ ਕਿ ਮੈਂ ਤੁਹਾਨੂੰ ਦੱਸ ਰਿਹਾ, ਮੈਂ ਖੁਦ 2 ਸੋਰਸਿਸ ਚੈੱਕ ਕੀਤੇ ਕਿ ਕਿਆ ਅਸੀਂ ਸਹੀ ਜਾ ਰਹੇ, ਕਿਉਂਕਿ ਦੇਖੋ ਇਵੈਲੂਏਟ ਕਰਨਾ ਅੱਜ ਕੱਲ ਸਭ ਨੂੰ ਜ਼ਰੂਰੀ ਹੈ, ਕੰਪੀਟੀਸ਼ਨ ਬਹੁਤ ਜ਼ਿਆਦਾ ਹੈ। ਤੁਸੀਂ ਸਟੂਡੈਂਟਸ ਤੌਰ ਤੇ ਕਰਦੇ ਹੋ, ਅਸੀਂ ਐਜ਼ ਅ ਟੀਚਰ ਕਰਦੇ ਹਾਂ, ਤਾਂ ਆਈ ਹੈਵ ਸੀਨ ਕਿ ਥਿਊਰੀ ਬਹੁਤ ਜ਼ਿਆਦਾ ਚੱਲ ਰਹੀ ਹੈ। ਜੇ ਤੁਸੀਂ ਥਿਊਰੀ ਨਹੀਂ ਆਣੀ ਹੈ, ਉੱਥੇ ਕੁਐਸਚਨਸ ਆਣੇ ਆ, ਔਰ ਥੋੜਾ ਜਿਵੇਂ ਹੱਥ ਹੁਣ ਬੈਠੇ ਆ, ਇਹ ਹੱਥ ਬੈਠਣਾ ਚਾਹੀਦਾ। ਹੁਣ ਤੁਸੀਂ ਮੇਰੇ ਖਿਆਲ ਨਾਲ ਜਿਨ੍ਹਾਂ ਨੇ ਪਹਿਲੇ 2 ਕੁਐਸਚਨ ਕੀਤੇ, ਪਹਿਲੇ ਸਮਝਣ ਦੀ ਕੋਸ਼ਿਸ਼ ਕੀਤੀ, ਪਹਿਲੇ 2 ਚ ਪਹਿਲੇ ਚ ਕਿਹਾ ਕਿ ਹਾਂ ਠੀਕ ਹੈ ਇੰਟੀਜਰ ਵੈਲਿਊ, ਦੂਜੇ ਤੁਸੀਂ ਕੋਸ਼ਿਸ਼ ਕੀਤੀ ਕਿ ਠੀਕ ਹੈ ਡੈਸੀਮਲ ਆ ਗਿਆ, ਜੇ ਤੁਸੀਂ ਫਲੋ ਚ ਹੀ ਕਰਤਾ, ਮਤਲਬ ਮੇਰੇ ਗੱਲ ਕਰਦੇ ਕਰਦੇ ਸੋਲਵ ਕਰ ਲਿਆ। ਇਹੀ ਕੌਨਫੀਡੈਂਸ ਚਾਹੀਦਾ ਹੈ ਤੁਹਾਡੇ ਸਾਰਿਆਂ 'ਚ, ਔਰ ਇਹੀ ਲਾਂਚ ਪੈਡ ਦੀ ਕੋਸ਼ਿਸ਼ ਹੈ ਕਿ ਤੁਹਾਨੂੰ ਇਸ ਪਲੇਟਫਾਰਮ ਦੇ ਥਰੂ ਇੰਨੀ ਕੁ ਪ੍ਰੈਕਟਿਸ ਮਿਲ ਜੇ ਕਿ ਆਪਾਂ ਕੋਈ ਸੋਚਣਾ ਹੀ ਨਾ ਪਏ। ਹਾਂ, ਇੱਕ ਗੱਲ ਜ਼ਰੂਰ ਕਹਾਂਗਾ ਕਿ ਜਦੋਂ ਤੁਸੀਂ ਲਾਈਵ ਸੈਸ਼ਨ ਸੁਣ ਲੈਂਦੇ ਹੋ, ਉਸ ਤੋਂ ਬਾਅਦ ਇੱਕ ਵੀਕ ਚ ਜਦੋਂ ਨੈਕਸਟ ਕਲਾਸ ਆਣੀ ਹੈ, ਕਿਉਂਕਿ ਮੋਸਟਲੀ ਮੇਰੀ ਕਲਾਸਿਸ ਸੈਟਰਡੇ ਸੰਡੇ ਹੁੰਦੀਆਂ ਨੇ, ਤਾਂ ਜਦੋਂ ਨੈਕਸਟ ਕਲਾਸ ਆਣੀ ਹੈ ਉਸ ਦੇ ਵਿੱਚ ਜਾ ਕੇ ਜਿਹੜੀ ਸਟੈਟਿਸਟਿਕਸ ਦੀ ਪਲੇਲਿਸਟ ਬਣੀ ਹੈ ਲਾਂਚਪੈਡ ਚੈਨਲ ਤੇ, ਉਹ ਇੱਕ ਵਾਰ ਜ਼ਰੂਰ ਦੇਖਿਆ ਕਰੋ। ਔਰ ਜੇ ਤੁਹਾਨੂੰ ਉਹ ਵਧੀਆ ਲੱਗਦੀ ਹੈ ਤਾਂ ਪਲੀਜ਼ ਆਪਣੇ ਕਮੈਂਟਸ ਵੀ ਡ੍ਰੌਪ ਕਰਿਆ ਕਰੋ ਉੱਥੇ, ਠੀਕ ਹੈ, ਤਾਂ ਕਿ ਸਾਨੂੰ ਇਵੈਲੂਏਸ਼ਨ ਚ ਹੋਰ ਈਜ਼ੀ ਹੁੰਦਾ ਕਿ ਹਾਂ ਸਾਡੀ ਜਿਹੜੀ ਕੋਸ਼ਿਸ਼ ਹੈ ਉਹ ਸਹੀ ਡਾਇਰੈਕਸ਼ਨ ਜਾ ਰਹੀ ਹੈ। ਇੱਕ ਵਾਰ YouTube ਤੇ ਜਰੂਰ ਜਾ ਕੇ ਸਭ ਨੇ ਵੀਡੀਓਜ਼ ਡੇ 1 ਤੋਂ 5 ਦੀ ਦੁਬਾਰਾ ਲਗਾਉਣੀਆਂ ਨੇ, ਤਾਂ ਕਿ ਪ੍ਰੈਕਟਿਸ ਮਿਲ ਜੂਗੀ। ਠੀਕ ਹੈ, ਕਾਪੀ ਪੈਨ ਲੈ ਕੇ ਲਗਾ ਲਓ ਜਾਂ ਡਾਇਰੈਕਟ ਲਗਾ ਲਓ, ਤਾਂ ਤੁਹਾਨੂੰ ਪ੍ਰੈਕਟਿਸ ਮਿਲ ਜੂਗੀ। ਜਿਨ੍ਹਾਂ ਨੇ ਕੀਤਾ ਹੋਇਆ ਪ੍ਰੈਕਟਿਸ ਜਸਟ ਇੱਕ ਵਾਰੀ ਹੋਰ ਵੀ ਸੁਣ ਲਿਓ, ਨਾ ਕਿ ਆਪਾਂ ਇੱਕ ਸੀਕੁਐਂਸ ਜਿਵੇਂ 10-20 ਮਿੰਟ ਸੁਣ ਲੈਂਦੇ ਇੱਕ ਵੀਡੀਓ, ਉਹ ਮੈਂ ਇੱਕ ਤਰ੍ਹਾਂ ਸੁਣ ਲਿਓ,
थोड़ी एक होर रिवीजन पक्की हो जाएगी, क्योंकि जितनी बार सुनोगे उतना पक्का होगा, उतना ज्यादा बढ़िया समझ आऊगा। सो एक क्वार्टाइल 1 था, इक्वल क्वार्टाइल 3 भी कर दिया क्लास का। क्वार्टाइल 3 वास्ते सेम चीज, 3 टाइम n प्लस 1 बाय 4। n आपने कितना है 8, 8 प्लस 1 बाय 4, तो 3 टाइम इंटू 9 बाय 4, 27 बाय 4। चेक करो कैलकुलेशन क्लास, यही आ रहे हैं हम उनको सीक्वेंस रहना है पीछे, प्लीज चेक कर लो। हाँ जी, ये सीक्वेंस क्लियर चल रहा है, समझ आ रहा है। 27/4 अगर डिवाइड करोगे तो देखो 24 तीन बचूगा, तीन का होता है 75। सो सिंपल आंसर आएगा और 6.75। अगर तुम डिवाइड कर दो 27 4 नाल 6.75 आएगा, आगे सेम चीज आएगी। आगे क्या चलना सर, 6.75 6 टर्म प्लस 0.75 टाइम्स 0.75 टाइम्स, हाँ जी 75 टाइम्स कितनी टर्म आएगी, 7th माइनस 6 टर्म। थोड़ा हाथ बैठ गया इस चीज से। 6 टर्म केड़ी अपने को रे 1 2 3 4 5 6 6 टर्म हैगी है 52 प्लस 3/4, 7 टर्म केड़ी है 57, 57 माइनस 52। चेक करो क्लास को सारे, 57 माइनस 52। सो हाँ जी हाँ ठीक है। सो प्लीज चेक कर लो क्वार्टाइल 3 की वैल्यू ਇੱਥੇ आएगी 52 आ जाएगा प्लस 3/4, 57 जो 52 गए 5 आ जाएगा 15/4। चेक कर लो प्लीज, कोई डाउट है दोबारा पूछ सकते हो। थोड़ा आंसर किया था गलत हुआ था, उस करके सीक्वेंस करके उस आंसर को ठीक कर लो प्लीज। ठीक है जी क्लास। ਸੋ ਇੱਥੇ ਆਪਣੇ ਕੋਲ 52 ਹੈ ਕੈਲਕੂਲੇਸ਼ਨ ਤੁਹਾਨੂੰ ਸ਼ੋ ਕਰਨੀ ਪਏਗੀ ਬੋਰਡ 'ਚ ਵੀ, ਉੱਥੇ ਪੇਪਰ ਜਦੋਂ ਦੋਗੇ ਤੁਸੀਂ ਤਾਂ ਤੁਸੀਂ ਇਹ ਕੈਲਕੂਲੇਸ਼ਨ ਸ਼ੋ ਕਰਕੇ ਹੀ ਆਉਂਗੇ। ਠੀਕ ਹੈ, ਤਾਂ 52 प्लस 4 ਤੇ 12 3 ਤੇ ਗਿਆ, पॉइंट 3 बचा 75। सो 55.75 वैल्यू आ रही है क्वार्टाइल 3 दी। ਹੁਣ ਚੈੱਕ ਕਰੋ ਐਗਜ਼ੈਕਟ ਆਂਸਰ, ਕਿਸੇ ਡਾਊਟ ਹੈ ਬੋਲੋ ਨਹੀਂ ਆਪਾਂ ਅੱਗੇ ਵਧੀਏ। ਸੋ ਕੁਆਰਟਾਈਲਸ ਦਾ ਇੰਡੀਵਿਜੂਅਲ ਸੀਰੀਜ਼ ਟੌਪਿਕ ਖਤਮ, ਹੁਣ ਆਪਾਂ ਅੱਗੇ ਚਲਾਂਗੇ। ਠੀਕ ਹੈ ਸੰਜੀਵ ਜੀ, ਬਿਲਕੁਲ ਸਹੀ ਆंसर आया 55.555 नहीं जी 55.75। ठीक है जी, हाँ जी प्लीज, ठीक है करेक्ट, ठीक है मैडम। बाकी ऑफलाइन ओके डन। सो प्लीज ये चीज चेक कर लो, कोई डाउट है तो पूछ सकते हो, अदरवाइज आप आगे बढ़ते हैं। गुड, ठीक है जी, ठीक है, वेरी गुड शब्द। सो होपफुली सबका कॉन्फिडेंस बिल्ट हो गया होगा इस चीज च कि अगर क्वार्टाइल मैंने कढ़ना है एक इंडिविजुअल सीरीज का तो मैं इजीली कैलकुलेट कर सकता है। हाँ जी क्लास, चलिए अगे फिर आज तक नोट्स बना लो प्लीज, जिसे नोट्स नहीं बने हले, जिसे बन गए हैं ओके। ठीक है जी। अच्छा एक कितने कंसेप्ट ਹੋਰ ਸਿਖਾ ਦੇਣਾ ਨਾਲ ਹੀ, ਇੱਕ ਨਾ ਐਵੇਂ ਸੀਕੁਐਂਸ ਦੇ ਕੇ ਕੁਆਰਟਾਈਲ ਦੇ ਵਿੱਚ ਨਾ ਦੋ ਗੱਲਾਂ ਪੁੱਛ ਲੈਂਦੇ ਨੇ, ਮੈਂ ਤੁਹਾਨੂੰ ਨਾਲ ਹੀ ਸਿਖਾ ਦੇਣਾ ਇੱਥੇ ਹੀ। ਇੱਕ ਹੁੰਦਾ ਅਗਰ ਆਪਾਂ ਗੱਲ ਕਰੀਏ ਇੰਟਰ ਕੁਆਰਟਾਈਲ ਰੇਂਜ, ਇੱਥੇ ਪੁੱਛ ਲੈਂਦੇ ਪੇਪਰ 'ਚ ਇੰਟਰ ਕੁਆਰਟਾਈਲ ਰੇਂਜ ਪੁੱਛ ਲੈਂਦੇ ਨੇ। ਇਹਦਾ ਰੇਂਜ ਤੋਂ ਪਹਿਲਾਂ ਦੱਸਿਆ ਫਾਰਮੂਲਾ ਰੇਂਜ ਦਾ ਹੁੰਦਾ ਹੈ ਹਾਈਐਸਟ ਵੈਲਿਊ ਮਾਈਨਸ ਲੋਐਸਟ ਵੈਲਿਊ। ਤਾਂ ਉਹ Q3 ਕਿੰਨਾ ਆਪਣੇ ਕੋਲ 55.75, Q1 ਕਿੰਨਾ ਆਪਣੇ ਕੋਲ ਘਟਦਾ 26 आने प्लस Q1 की वैल्यू कटी हुई है 26 आई हुई है, Q2 की वैल्यू कटी हुई है, दोनों ਨੂੰ माइनस करके लिख दियो, यू विल गेट इंटर क्वार्टाइल रेंज। कदे भी अपने को एग्जाम ਦੇ ਵਿੱਚ इंटर क्वार्टाइल रेंज ਕੱਢਣੀ ਹੋਏਗੀ ਤਾਂ ਉਹਦਾ ਸਿੰਪਲ ਜਿਹਾ ਤਰੀਕਾ ਹੈ Q1 Q2 ਕੱਢ ਕੇ Q3 ਕੱਢ ਕੇ ਦੋਹਾਂ ਨੂੰ ਮਾਈਨਸ ਕਰ ਦੋ, इंटर क्वार्टाइल रेंज आ जाएगी अपने को। ठीक है जी, इंटर क्वार्टाइल रेंज आ जाएगी। और अगर आपने क्वार्टाइल डेविएशन कटनी है कि क्वार्टाइल डेविएट कितना कर रहा है, तो फॉर्मूला होता है क्लास क्वार्टाइल क्वार्टाइल डेविएशन कटनी है तो फॉर्मूला होएगा Q1 सॉरी Q3 माइनस Q1 बाय 2, ये डेविएशन आ जाएगी। ठीक है जी, ये डेविएशन आ जाएगी। ठीक है जी, ठीक है संजीव जी, वेरी गुड, माइनस कर लो प्लीज क्लास। और अगर कॉफिशिएंट ऑफ डेविएशन करना है आपने, ठीक है जी, आपने कॉफिशिएंट ऑफ क्वार्टाइल डेविएशन करना है तब फॉर्मूला होएगा Q3 माइनस Q1 डिवाइड बाय Q3 प्लस Q1, सिंपल। सो क्लास इतो आप काफी कुछ सीखने मिले, क्वार्टाइल 1 किमें कटना है, क्वार्टाइल 3 किमें कटना है,
ठीक है, इंटर क्वार्टाइल रेंज किमें कढनी है, क्वार्टाइल डेविएशन किमें कढनी है, कोएफिशिएंट ऑफ क्वार्टाइल डेविएशन किमें कढनी है. सो दीज ऑल कंसेप्ट आर क्लियर फ्रॉम नाउ. अगर डाउट है प्लीज बोल सकते हो, अगर ओके है तो डन है. ठीक है जी, प्लीज मुझे इतना रिस्पॉन्ड करो. क्लियर है जी? गुड सारे. हाँ जी. क्या किसी ने ऑफलाइन या ऑनलाइन कोई डाउट है प्लीज बोलो. अगर इतना ओके है फिर आगे बढ़ते हैं. एक फॉर्मूलाज में सम अप कर दूंगा हुणी, जस्ट पहले इतना चेक कर लो एक बारी. अगर कोफिशिएंट आया डेविएशन ਦਾ क्वार्टाइल ਦਾ ਤਾਂ ਫਾਰਮੂਲਾ Q3 Q1 ओवर Q3 Q1 होएगा. अगर कल्ली क्वार्टाइल डेविएशन आंदी है तो फॉर्मूला Q3 Q1/2 होएगा. अगर इंटर क्वार्टाइल रेंज आंदी है तो फॉर्मूला है Q3 Q1. सो होपफुल डन. हाँ जी, बाकी भी प्लीज इस तरह रिस्पॉन्ड बैक कर दो अगर ओके है सबनों, ऑनलाइन ते ऑफलाइन सबनों क्लियर है. ठीक है जी. हाँ जी, ऑनलाइन किसी डाउट ਤਾਂ ਨਹੀਂ ਹੈ. ओके जी, ठीक है. ओके क्लियर. सो ਇਹ ਟੌਪਿਕ ਜਿੰਨਾ ਆਪਣਾ ਹੁਣ ਤੱਕ ਚੱਲਿਆ ਸਵੇਰ ਦਾ ਕਲੀਅਰ. ਠੀਕ ਹੈ ਸੰਜੀਵ ਜੀ, ਓਕੇ ਮੈਂ ਤੇ ਗਿਆ ਵੀਰ. ਸੋ ਕਹਿਣ ਦਾ ਮੀਨਿੰਗ ਕਿਆ, ਇਸ ਟੌਪਿਕ ਦੇ ਵਿੱਚ ਆਪਾਂ ਨੂੰ ਲਰਨਿੰਗ ਕਿਆ ਹੋਈ ਹੈ, ਕੁਆਰਟਾਈਲ ਦੀ. ਸਰ ਕਿਆ ਹੁੰਦਾ ਹੈ ਕੁਆਰਟਾਈਲ? ਕਿਸੇ ਸੀਕੁਐਂਸ ਨੂੰ ਚਾਰ ਪਾਰਟਸ ਡਿਵਾਈਡ ਕਰਨ ਨੂੰ ਕੁਆਰਟਾਈਲ ਕਹਿੰਦੇ ਆ, ਦੋ ਪਾਰਟਸ ਡਿਵਾਈਡ ਕਰਨ ਨੂੰ ਮੀਡੀਅਨ ਕਹਿੰਦੇ ਆ. ਓਕੇ, ਇਹ 'ਚ ਦੋ ਕੁਆਰਟਾਈਲ ਕਰਦੇ ਹੁੰਦੇ ਆ, ਇੱਕ ਕੁਆਰਟਾਈਲ 3, ਇੱਕ ਕੁਆਰਟਾਈਲ 1. ਕੁਆਰਟਾਈਲ 1 ਨੂੰ ਆਪਾਂ ਲੋਅਰ ਕੁਆਰਟਾਈਲ ਬੋਲਦੇ ਆ, ਕੁਆਰਟਾਈਲ 3 ਨੂੰ ਆਪਾਂ ਅਪਰ ਬੋਲਦੇ ਆ. ਕੁਆਰਟਾਈਲ 2 ਤਾਂ ਨਹੀਂ ਕੱਢਦੇ ਕਿਉਂਕਿ ਉਹ ਤਾਂ ਬੇਸਿਕਲੀ ਮੀਡੀਅਨ ਹੀ ਹੋ ਜਾਂਦੀ ਹੈ ਫਿਰ. ठीक हो गया. सो अब 1 3 ਕੱਢ ਦਿੰਦੇ ਆ ਔਰ 1 3 ਦੇ ਰਾਉਂਡ ਚੱਲਦੀਆਂ ਹੈ. ਇਹ ਸੀਕੁਐਂਸ ਦੇ ਨੋਟਸ ਨਾਲ ਨਾਲ ਮੇਰੇ ਲਿਖ ਲਓ, ਫਿਰ ਆਪਾਂ ਅੱਗੇ ਚੱਲੀਏ. ਸੋ ਅਗਰ ਆਪਾਂ ਕੁਆਰਟਾਈਲਸ ਕੱਢ ਰਹੇ ਆ, ਕੁਆਰਟਾਈਲਸ ਕੱਢ ਰਹੇ ਆ ਕਿਸੇ ਇੰਡੀਵਿजुअल सीरीज से. इंडिविजुअल सीरीज होती है जो कि ग्रुप नहीं होती. ठीक है, ग्रुपिंग मतलब जिसमें 0 to 10, 10 तो 20, 20 तो 40, ऐसा कुछ होता है. इसे अपने को एक इंडिविजुअल सीरीज है. आप Q1 कटना है का सिंपल फॉर्मूला है n+1/4 टर्म. टर्म मैं यूज कर देना वर्ड. फिर Q3 का फॉर्मूला है 3 टाइम n+1/4 टर्म. ਇਹਦਾ ਫਾਰਮੂਲਾ Q3 ਦਾ. ਸੋ Q1 ਦਾ ਫਾਰਮੂਲਾ n+1/4 टर्म, Q3 ਦਾ ਫਾਰਮੂਲਾ 3 टाइम n+1/4 टर्म. ठीक है, ਤੇ ਉਸ ਤੋਂ ਬਾਅਦ ਅਗਰ ਆਪਾਂ ਨੇ ਇੰਟਰ क्वार्टाइल रेंज कटनी है तब फॉर्मूला है सिंपल Q3 Q1. और अगर आपा ने, ठीक है जी, कोफिशिएंट ऑफ क्वार्टाइल डेविएशन कटना है जो पेपर आंदा होता है, कोफिशिएंट ऑफ क्वार्टाइल डेविएशन का फॉर्मूला है Q3 Q1 ओवर Q3 Q1. ये याद रखिए. ठीक है जी. सो ये कुछ फॉर्मूलेज ने जो आप मोस्टली यूज करांगे. ठीक है, इंडिविजुअल सीरीज वास्ते. और अगर आपा ने कोफिशिएंट करना था तो फॉर्मूला यूज होता है Q3 Q1 ओवर Q3 Q1. फुली क्लियर. इंटर क्वार्टाइल रेंज ਸਾਨੂੰ आ गई. कल्ली क्वार्टाइल डेविएशन कटनी है, QD करना है, कल्ला डेविएशन कटनी है, तब Q3 Q1/2 आ जाएगा. सो दीज आर द फॉर्मूलाज दैट सम अप योर क्वार्टाइल. प्लीज नोट डाउन. ठीक है जी, नोट करो, इस पर आगे चलते हैं. सो क्वार्टाइल 1, यस बिल्कुल जी, क्वार्टाइल 2 इसलिए नहीं ਹੁੰਦਾ बिकॉज ਉਹ ਮੀਡੀਅਨ ਹੀ ਹੈ. ਤੁਸੀਂ ਪੁੱਟ ਕਰਕੇ ਦੇਖ ਸਕਦੇ ਹੋ. ਆ ਦੇਖੋ, ਅਗਰ ਮੇਰੇ 1 क्वार्टाइल 1 पुट करते हैं अगर आप, और ठीक है जी, 2 + 1 अगर आप 2 का 2 लिखिए वो n/2 हो जाएगा. ठीक है ना, कट के. दैट्स वाई Q2 इसलिए नहीं कर दे रहे जी. हाँ जी क्लास इतने तक ओके सब ਨੂੰ. सो ਆਪਾਂ 3 क्वेश्चन देख ले, होपफुल थोड़ा कॉन्फिडेंस भी बिल्ट हो गया होना इस चीज च. ठीक है, नेक्स्ट आप करते हैं क्वार्टाइल सीरीज. पहली आप की इंडिविजुअल डाटा ली, दूसरा क्वेश्चन इंडिविजुअल डाटा विद फ्रैक्शन. पहले च इंटीजर वैल्यू आ गई थी, तीजा भी आप फ्रैक्शन कर चुके हैं तो अपना हाथ बह चुके हैं. ਹੁਣ ਆਪਾਂ मूव करते हैं क्वार्टाइल ਦੇ ਵਿੱਚ उस डाटा ਦੇ ਜਿਹਦੇ डाटा ਦਾ XI FI ਦਿੱਤਾ ਹੋਊਗਾ, फ्रीक्वेंसी ਨਾਲ ਦਿੱਤਾ ਹੋਊਗਾ. ਆ ਜਾਓ. हाँ जी क्लास. ਹੁਣ ਆਪਣੇ ਕੋਲ ਇੱਕ ਦਿੱਤੇ ਨੇ, ਆਪਣੇ ਕੋਲ ਕੁਝ ਵੇਜਿਸ ਦਿੱਤੇ ਨੇ, ਉਹਨਾਂ ਵੇਜਿਸ ਦੀ ਫ੍ਰੀਕੁਐਂਸੀ ਗਿਵਨ ਹੈ, ਉੱਥੋਂ ਕੱਢ ਕੱਢਣਾ ਹੈ.
बेसिकली अगर आप गल करिए XI FI, ठीक है जी, XI FI। हाँ जी क्लास, एज वी, हाँ जी हाँ जी, कुछ कहना है जी? हाँ जी, एज वी ऑल नो कि ਤੁਹਾਨੂੰ ਪਤਾ ਹੈ, ਤੁਸੀਂ ਪਿਛਲੇ 5 ਕਲਾਸਿਸ ਤੋਂ ਮੇਰੇ ਨਾਲ ਜੋ ਸੀਕੁਐਂਸ ਲਗਾ ਰਹੇ ਹੋ, ਮੇਰੀ ਹਰ ਵਾਰ ਇੱਕੋ ਕੋਸ਼ਿਸ਼ ਹੁੰਦੀ ਹੈ। ਪਹਿਲੀ ਇਹ ਕਿ ਪਹਿਲਾਂ ਆਪਾਂ ਐਕਸਆਈ ਲਈ ਡਾਟਾ ਕੱਢੀਏ, ਫਿਰ XI FI ਲਈ ਕੱਢੀਏ, ਫਿਰ ਗਰੁੱਪ ਡਾਟਾ ਕੱਢੀਏ, ਜਿਵੇਂ ਆਪਣੇ ਇੰਟਰਵਲ ਆਉਂਦੇ ਨੇ, ਕਲਾਸ ਮਾਰਕਸ ਪਾਉਂਦੇ ਨੇ, ਜਦੋਂ 10 10 ਤੋਂ 20 30 ਤੋਂ 40, ਉਸ ਤੇ ਵੀ ਆ ਰਹੇ ਆ। ਥੋੜਾ ਫਾਰਮੂਲਾ ਚੇਂਜ ਹੋਏਗਾ, ਪਰ ਪਹਿਲਾਂ ਆਪਾਂ ਹੁਣ ਜੋ ਕੀਤਾ ਹੈ, that was clearly individual series of ਸਿੰਪਲ ਡਾਟਾ ਦਿੱਤਾ ਹੋਇਆ था। ਨਾਓ ਵੀ ਆਰ ਟਾਕਿੰਗ ਅਬਾਊਟ ਦਾ ਸੀਰੀਜ਼ ਜਿਹਦੇ ਆਪਣੇ ਕੋਲ XI ਤੇ FI ਦਿੱਤੇ ਹੋਏ ਨੇ, ਠੀਕ ਹੈ ਜੀ। XI FI ਦਿੱਤਾ ਹੋਇਆ ਹੈ। ਹੁਣ ਆਪਾਂ ਪਹਿਲਾਂ CF ਕੱਢਾਂਗੇ, ਠੀਕ ਹੈ ਜੀ। CF ਕੱਢਾਂਗੇ ਤਾਂ CF ਵਾਸਤੇ ਕੈਲਕੂਲੇਸ਼ਨ ਸ਼ੁਰੂ ਕਰਦੇ ਹਾਂ। ਲਿਖੋ ਪਹਿਲਾਂ 2 ਐਜ਼ ਇਟ ਇਜ਼, 2 ਤੇ 8 10, 10 ਤੇ 20 30 ਪਲਸ ਕਰ ਰਹੇ ਬੇਟਾ, ਜਿਗ ਜੈਗ ਜਸਟ ਪਲਸ ਹੋ ਗਿਆ। ਪਹਿਲਾਂ ਐਜ਼ ਇਟ ਇਜ਼ 2, 2 ਤੇ 8 10, 10 ਤੇ 20 30, 30 ਤੇ ਅਗਰ ਆਪਾਂ ਗੱਲ 35 65, 65 टू ऐड करेंगे 7 107, 127, 127 ऐड करेंगे 155, 155 आएगा। 155 ऐड करेंगे अगर आप पता करिए 181 आएगा। 181 60 ऐड करो 197 आएगा। देन 199 चेक करना क्लास, सब दा सेम आया है। सब तो पहला CF चेक करो। हाँ जी क्लास, CF देखो सब तो सेम आया। हाँ जी ठीक है, गुड, ठीक है जी। एनु एन कह लो, फिर क्वार्टाइल 1 सेम चीज हलता, n प्लस 1/4, n आया 199 प्लस 1/4, 200/4, 50 आ गया। मतलब 50th टर्म या नियर अबाउट 50 टर्म थोड़ा क्या होएगा, क्वार्टाइल होएगा। हाँ जी क्लास, चेक करो सारे जो ऑफलाइन भी कर रहे हो। हो गया, ठीक है, 50 आ गया सबका। 10 50 ਆ ਪਤਾ ਹੀ ਹੈ, ਜਿਵੇਂ ਮੀਡੀਅਨ ਚ ਕਰਦੇ थे सेम क्वार्टाइल, बस वही चल रहा है मीडियन तरह। मीडियन ਚ ਆਪਾਂ ਦੋ ਹਾਫ ਚ ਪੜ ਰਹੇ ਹੋ, ਚਾਰ ਹਾਫ ਚ। ਮੀਡੀਅਨ ਚ ਕੀ ਕਰਦੇ, CF ਕੱਢ ਕੇ ਜਿਹੜੀ ਵੈਲਿਊ ਆਉਂਦੀ ਸੀ ਇੱਥੇ, ਉਸ ਉਹੀ ਵੈਲਿਊ ਮਿਲ ਜਾਏ ਜਾਂ ਉਸ ਤੋਂ ਵੱਡੀ ਮਿਲ ਜਾਏ। ਹੁਣ ਆਪਣੇ ਕੋਲ ਉਹੀ ਵੈਲਿਊ ਤਾਂ ਹੈ ਨਹੀਂ ਸਰ, ਕਲਾਸ ਚ 50 ਤਾਂ ਹੈ ਨਹੀਂ। 50 ਤੋਂ ਨੈਕਸਟ ਕਿਹੜੀ ਵੱਡੀ ਹੈ, 65। ਉਹਦੇ ਸਾਹਮਣੇ ਕਿਆ ਪਿਆ XI ਚ, ਇਹ ਬੇਟਾ XI ਹੈ, ਇਹ FI ਹੈ, 40 ਪਿਆ ਹੈ। ਤਾਂ ਜਿਹੜਾ ਆਪਣਾ ਕੁਆਰਟਾਈਲ 1 ਦੀ ਵੈਲਿਊ ਹੋਏਗੀ ਉਹ ਹੋਏਗੀ 40। ਚੈੱਕ ਕਰੋ ਪਲੀਜ਼, समझ आया? सब तो पहला की करना है, अगर XI FI देता है, सब तो पहला XI लिख लेना है, FI लिख लेना है, FI का CF करना है। CF का जो आंसर आएगा कैपिटल N की वैल्यू रिपोर्ट करनी है। n+1/4 टर्म होएगी, 199 प्लस 1/4 होएगा, तो अपने को आ गया 50th। नाउ Q1 की वैल्यू 50 था, 40 था, ठीक है। 50 आया, 50 तो जस्ट ऊपर देखो कितना 65, 65 सामने जो पे है, दैट इज योर क्वार्टाइल। सो क्वार्टाइल 1 की वैल्यू थोड़े को आ गई है 40। किसी डाउट है प्लीज बोलो। ਤੇ ਕੁਆਰਟਾਈਲ 3 ਵਾਸਤੇ ਸਟੈਪ ਸੇਮ ਨੇ, 3n plus 1/4, ਤਾਂ 3 ਟਾਈਮ 199 plus 1/4, 3 टाइम 200/4, ਇਹ ਆ ਗਿਆ 50, 50 into 3 150th ਟਰਮ। ਹੁਣ 150th ਟਰਮ ਤਾਂ ਹੋਏਗੀ ਨਹੀਂ ਐਗਜ਼ੈਕਟ, ਹੋ ਵੀ ਸਕਦੀ ਹੈ ਨਾ ਵੀ ਹੋਵੇ। ਜੇ ਹੈਗੀ ਹੈ ਤਾਂ ਵੈਰੀ ਗੁੱਡ ਹੈ, ਨਹੀਂ ਹੈ ਤਾਂ ਕੋਈ ਗੱਲ ਨਹੀਂ, ਉਹਦੇ ਸਾਹਮਣੇ ਦੇਖ ਲਾਂਗੇ। ਉਹਦੇ ਸਾਹਮਣੇ ਕਿੰਨੀ ਉਸ ਤੋਂ ਵੱਡੀ ਵੈਲਿਊ ਦੇਖ ਕੇ, मतलब ਨਾਓ क्लास फोकस रखो प्लीज। 150, 150 ਦੇ ਵਿੱਚ ਕੀ ਆਇਆ ਸਰ, 150 ਹੈ ਨਹੀਂ, ਨੀਅਰ ਅਬਾਊਟ 155 ਸਾਹਮਣੇ ਵੈਲਿਊ 70। ਸੋ Q3 ਦੀ ਵੈਲਿਊ ਕਿੰਨੀ ਆ ਗਈ, 70। ਸੋ these are the two value that we are looking for, 40 ਤੇ 70। ਪਲੀਜ਼ ਚੈੱਕ ਕਰੋ ਇਹ ਮੈਥਡ ਸਮਝ ਆ ਗਿਆ ਸਭ ਨੂੰ। ਹਾਂਜੀ ਜਿਹੜੇ ਆਨਲਾਈਨ ਲਾ ਰਹੇ ਹੋ, YouTube ਦੇਖ ਰਹੇ ਹੋ ਲਾਈਵ ਜਾਂ ਕਲਾਸਰੂਮ, ਸਭ ਨੂੰ ਓਕੇ ਹੋ ਗਿਆ। ਸੋ ਕੁਆਰਟਾਈਲ ਕਿਵੇਂ ਕੱਢਨੇ ਆ, ਮੇਰੇ ਖਿਆਲ ਨਾਲ ਇਹ ਈਜ਼ੀ ਹੋ ਗਿਆ ਸਭ ਦੇ ਲਈ। ਸੋ ਅਗਰ ਆਪਾਂ ਗੱਲ ਕਰਦੇ ਆ ਸਟੈਟਿਸਟਿਕਸ ਦੇ ਵਿੱਚ, ਠੀਕ ਹੈ, ਕੁਆਰਟਾਈਲ ਪਹਿਲਾਂ ਆਪਾਂ ਕੱਢਦੇ ਆ ਇੰਡੀਵਿਜੂਅਲ ਸੀਰੀਜ਼ ਦਾ,
ਹੁਣ ਆਪਾਂ ਕੁਆਰਟਾਈਲ ਕੱਢ ਰਹੇ ਹਾਂ XI FI ਦੇ ਨਾਲ, ਜਦੋਂ ਆਪਣੇ ਕੋਲ ਇੰਟਰਵਲ ਦੇ ਨਾਲ ਕਲਾਸ ਅਗਰ ਆਪਾਂ ਗੱਲ ਕਰੀਏ ਫ੍ਰੀਕੁਐਂਸੀ ਗਿਵਨ ਆ। ਸੋ ਉਹਦੇ ਵਿੱਚ ਹੁੰਦਾ ਕੀ ਹੈ, ਆਪਾਂ ਦੋ ਗੱਲਾਂ ਕੱਢਣੀਆਂ ਨੇ ਸਰ, ਕਿਵੇਂ ਜੀ ਕਰਨ ਵਾਲਾ ਦੱਸ ਦਿਓ ਇੱਕ ਵਾਰੀ। ਜਿਹੜੇ ਹੁਣ ਦੇਖ ਰਹੇ ਹੋ ਦੇਖੋ ਚੰਗੀ ਤਰ੍ਹਾਂ ਫੋਕਸ ਨਾਲ, XI ਦਿੱਤਾ ਹੋਊਗਾ, FI ਦਿੱਤਾ ਹੋਊਗਾ, ਠੀਕ ਹੈ। ਆਪਾਂ FI ਤੋਂ CF ਕੱਢਾਂਗੇ ਸਰ, ਕਿਵੇਂ? ਫਸਟ ਐਵੇਂ 2 2 ਔਰ 10 ਤੇ ਵੀ 30 65 107 127 155 181 197 प्लस 2 199। होपफुली क्लियर। हाँ जी जयवीर मैं कर रहा हूँ भाई जी, ठीक है। सो Q1 कितना आया? Q1 आया अपना, N आया 199, 199 प्लस 1 200 बाय 2 50th आ गया। ਜਦੋਂ Q1 ਦੀ ਕੈਲਕੂਲੇਸ਼ਨ ਕਰਕੇ ਜੋ ਵੀ ਉਹਦੇ ਵੈਲਿਊ ਆਏਗੀ, ਉਹ ਵੈਲਿਊ ਆਪਾਂ ਫਾਈਂਡ ਕਰਨੀ ਹੈ CF ਦੇ ਵਿੱਚ। ਉਹੀ ਵੈਲਿਊ ਮਿਲ ਜਾਏ ਜਾਂ ਤਾਂ ਐਗਜ਼ੈਕਟ, ਜਾਂ ਉਸ ਦੇ ਨੀਅਰ ਬੜੀ ਵੈਲਿਊ ਮਿਲ ਜਾਏ। ਹੁਣ ਇਹ ਵੈਲਿਊ ਤਾਂ 50 ਤਾਂ ਹੈ ਨਹੀਂ ਸਰ, 50 ਤੋਂ ਵੱਡਾ ਕਿੰਨਾ ਪਿਆ ਹੈ? 65। 65 ਦੇ ਸਾਹਮਣੇ ਕਿਆ ਪਿਆ XI ਚ? 40। ਤਾਂ ਇਹ ਕਿਉਂ ਬਣਾ? ਦੇਖੋ ਜੀ ਆਇਆ ਸਮਝ? 50 ਆ ਗਿਆ, 50 ਤੋਂ ਵੱਡੀ ਵੈਲਿਊ ਚੈੱਕ ਕਰੋ, ਜਾਂ 50 ਹੀ ਚੈੱਕ ਕਰੋ CF ਦੇ ਵਿੱਚ। CF ਦੇ ਵਿੱਚ 50 ਨਹੀਂ ਹੈਗਾ, ਦੇਖੋ 65 ਤੋਂ ਦਿਖ ਰਿਹਾ ਹੋਏਗਾ। 50 ਤੋਂ ਜਸਟ ਬੜਾ ਨੰਬਰ 65 ਦਿਖ ਗਿਆ ਸਭ ਨੂੰ। 65 ਦੇ ਸਾਹਮਣੇ ਦੇਖੋ XI ਚ ਕਿਆ ਪਿਆ ਹੈ? 40। XI ਚ, FI ਚ ਨਹੀਂ, XI ਚ। that 40 is your Q1। ਹੁਣ ਚੈੱਕ ਕਰੋ ਪਲੀਜ਼, ਜਿਹਦਾ ਵੀ ਆਊਟ ਹੈ। क्लियर, ओके जी। ਓਕੇ ਜੀ, ਓਕੇ ਨਵਜੋਤ, ਤੁਸੀਂ ਸਕੇਅਰ ਰੂਟ ਤੇ ਕਹਿੰਦੇ ਹੋ, ਮਤਲਬ ਸਟੈਂਡਰਡ ਡੇਵੀਏਸ਼ਨ ਵਿੱਚ ਸਿਰਫ ਸਕੇਅਰ ਰੂਟ ਕੈਲਕੂਲੇਸ਼ਨ ਦਿੱਕਤ ਹੈ। ਦੇਖੋ ਸਟੈਂਡਰਡ ਡੇਵੀਏਸ਼ਨ ਕੱਢਦੇ ਕਿਵੇਂ ਆਪਾਂ, ਡਾਊਟ ਹੈ ਕਲਾਸ, ਫਿਰ ਅੱਗੇ ਚੱਲਦੇ ਹਾਂ। ਅਗਰ ਆਪਾਂ ਦੇਖੀਏ ਵੇਰੀਐਂਸ ਕੱਢ ਲਾਂਗੇ, ਵੇਰੀਐਂਸ ਦਾ ਸਕੇਅਰ ਰੂਟ ਹੁੰਦਾ ਹੈ ਸਟੈਂਡਰਡ ਡੇਵੀਏਸ਼ਨ। ਔਰ ਅਗਰ ਸਕੇਅਰ ਰੂਟ ਡਾਊਟ ਆ ਰਿਹਾ ਤਾਂ ਮੈਂ ਕੋਸ਼ਿਸ਼ ਕਰਦਾ ਕੱਲ ਇੱਕ ਵੀਡੀਓ ਜਦੋਂ ਤੁਹਾਨੂੰ ਸ਼ੁਰੂ ਕਰਾਂਗੇ ਲੈਕਚਰ, ਠੀਕ ਹੈ, ਤਾਂ ਉਹਦੇ ਵਿੱਚ ਪਹਿਲੇ 10 ਤੋਂ 15 ਮਿੰਟ ਮੈਂ ਤੁਹਾਨੂੰ ਐਕਸਪਲੇਨ ਕਰ ਦਾਂਗਾ ਕਿ ਹਾਊ ਟੂ ਕੈਲਕੂਲੇਟ ਸਕੇਅਰ ਰੂਟ ਇਨ ਡੈਸੀਮਲ, ਠੀਕ ਹੈ ਜੀ। ਆਈ ਐਕਸਪਲੇਨ, ਡੋਂਟ ਵਰੀ। ਬਾਕੀ ਤਾਂ ਕਲੀਅਰ ਹੈ ਸਾਰਾ। हाँ जी क्लास, बाकी दे सारा ओके तक, ओके ठीक है, गुड जी। सो क्लास XI आ गया, FI आ गया अपने कोल। XI FI तो CF कर लांगे, CF ਦੇ ਵਿੱਚ n ਦਾ ਸਮ ਆਏਗਾ, n ਦੀ ਵੈਲਿਊ ਪੁੱਟ ਕਰਾਂਗੇ, ਉਹਦਾ 4 ਨਾਲ ਡਿਵਾਈਡ ਕਰਾਂਗੇ, ਜੋ ਵੈਲਿਊ ਆ ਜਾਏਗੀ ਉਹ ਵੈਲਿਊ ਆਪਾਂ CF ਦੇਖਾਂਗੇ, ਉਸ ਉਹੀ ਵੈਲਿਊ, ਉਸ ਤੋਂ ਵੱਡੀ ਵੈਲਿਊ, ਉਹ ਵੈਲਿਊ ਚੱਕ ਕੇ ਆਪਾਂ ਫਾਈਂਡ ਕਰਾਂਗੇ। ਉਰੇ ਮਿਲ ਗਿਆ ਆਪਾਂ ਨੂੰ, ਸੋ ਆਂਸਰ ਆ ਗਿਆ, ਡਨ, ਠੀਕ है जी। इस तरह क्वार्टाइल 3 प्लस कितना 150, 150 तो बड़ी वैल्यू है, 150 है सर, हाँ जी 155 है, क्या पे सामने 70 हो गया। ਹੁਣ अदर फैक्टर ਕੱਢ लिए, इंटर क्वार्टाइल रेंज Q3 माइनस Q1 हो गया, ध्यान है सबका ये 70 माइनस 40 which is simply 30। क्वार्टाइल डेविएशन 30 by 2 बेसिकली 15। कोफिशिएंट ऑफ क्वार्टाइल डेविएशन Q3 माइनस Q1, Q3 प्लस Q1। हाँ जी, Q3 कितना है अपने कुल 70, Q1 कितना है 40, Q3 70, Q1 40, तो 30 बाय 110, 3 बाय 11। अदर कैलकुलेशंस भी डन, सॉरी। सो होपफुली चेक करो अब तक तैयार होगा सारा ये। इस ते एक क्वेश्चन होर करते हैं ताकि ਤੁਹਾਨੂੰ ਹੋਰ ਕਲੈਰਿਟੀ ਮਿਲ ਜਾਏ। ਸੋ ਇਹ ਸਮਝ ਆ ਗਿਆ ਹੋਵੇਗਾ ਸਭ ਨੂੰ। ਇੱਕ क्वेश्चन ਹੋਰ ਕਰਾਂਗੇ ਜਰੂਰ, ਡੋਂਟ ਵਰੀ। ਮੈਂ ਤੁਹਾਨੂੰ ਬਾਰ-ਬਾਰ ਕਹਿੰਦਾ ਨਾ ਕਿ ਮੇਰੀ ਹਰ ਵਾਰ ਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਇੱਕ ਟੌਪਿਕ ਤੇ ਇੱਕ क्वेश्चन ਕਰਾ ਕੇ, हाँ छड़ सकते हो, मर्जी है डेसिमल जाना सर, इतने कोफिशिएंट कोई चक्कर नहीं है जयवीर, छड़ सकते थे, कोई दिक्कत नहीं है। ओके, सो होपफुली डन, ठीक है। सब लोग के क्लास इतने जिन्हें बैठे हो, इससे क्वेश्चन और देखो, नाउ एक्सरसाइज दिता हुआ है अपने को 10 11 12 13 14 15 16 17 18 10 11 12 13 14 15 16 17 18। ओके, ये अपने को दिखता है XI। नाउ वी वांट टू कैलकुलेट FI, पर FI गिवन होएगा, सॉरी वी कैलकुलेट Q1 एंड Q3। ये अपने को दिखता है 3
4 5 12 10 7 5 2 1। सो प्लीज हाथ चलाना शुरू करो। नाउ वी आर गिवन अगेन विद डाटा एक्सआई। ये लोगो करके कुछ इधर है, मैं कर दे डाटा देखो प्लीज, दिख रहा है सबनों। एक्सआई जितना हुआ है 10 11 12, ठीक है 12 बेटा है, 13 14 15 16 17 18 एक्सआई है। एफआई जितना हुआ है 3 4 5 12 10 7 5 2 1। ठीक है जी, होपफुली समझ आ गया। हाँ जी, सब तो पहला की करना अपने ऑब्वियस गल है सीएम। सब तो पहला ਆਪਾਂ ਕਰਾਂਗੇ ਕੈਲਕੂਲੇਟ ਸੀਐਫ। ਕਦੀ ਵੀ ਕੁਆਰਟਾਈਲ ਕੱਢਦੇ ਆ ਤਾਂ ਸਭ ਤੋਂ ਪਹਿਲਾਂ ਸੀਐਫ ਕੈਲਕੂਲੇਟ ਕਰਾਂਗੇ। ਨਾਓ 3 ਐਜ਼ ਇਟ ਇਜ਼, 3 ਤੇ 4 7, 7 5 12, 12 ਤੇ 12 24, 24 ਤੇ 10 34 34, 34 7 अगर आप ऐड करिए 41, 41 ਤੇ 1 5 सॉरी 46, 46 ਤੇ 2 48, 49। चेक करना क्लास एन दी वैल्यू 49 आंसर दी। ठीक है बहरम, वेरी गुड वेरी गुड। ठीक है जी, शाबाश क्लास, ओके। नाउ 49 आ गया, क्वार्टाइल 1 कैलकुलेशन किਵੇਂ ਕਰਾਂਗੇ n plus 1 by 4। n कितना आया 49 plus 1 by 4, 50 by 4, 12.5 12.5 मिल जाए सर। 12.5 ਤਾਂ ਨਹੀਂ ਹੈ ਆਪਣੇ ਕੋਲ, ਪਰ ਹਾਂ ਉਸ ਤੋਂ ਉੱਪਰ 12.5 ਚੈੱਕ ਕਰਾਂਗੇ ਕਿੰਨਾ ਸਰ। 12.5 नहीं है, उस तो बड़ा 24 पे है, 24 अपने 13 पे है, तो क्वार्टाइल 1 आ गया 13। चेक करो प्लीज क्वार्टाइल 1। महरम ਜਿਹੜੀ ਵੈਲਿਊ ਹੈ ਡਿਵਾਈਡ ਕਰਕੇ 12.5, 12.5 ਤੋਂ ਉੱਪਰ ਟਰਮ ਦੇਖਦੇ ਨੇ ਆਪਾਂ ਸੀਐਫ ਚ। ਸੀਐਫ ਦੇ ਵਿੱਚ ਉੱਪਰ ਜਾ ਕੇ ਦੇਖਿਆ 12.5 ਤੋਂ 24 ਪਿਆ ਹੈ, 24 ਦੇ ਸਾਹਮਣੇ ਜੋ ਪਿਆ दैट इज योर 24 ਸਾਹਮਣੇ ਪਿਆ 13 क्वार्टाइल 1। 12.5 क्वार्टाइल नहीं है, वो टर्म होंगी है बेसिकली 12.5, 12.5 ਤੋਂ ਉੱਪਰ ਸੀਐਫ ਕੀ ਪਿਆ 24, 24 ਦੇ ਅੱਗੇ ਪਿਆ 13। ਜਿਹੜਾ ਤੁਹਾਡਾ ਕਦੀ ਵੀ ਅਗਰ ਆਪਾਂ ਗੱਲ ਕਰੀਏ, ਜਿਹੜਾ ਤੁਹਾਡਾ ਇਹ ਆਏਗਾ ਆਪਣੇ ਕੋਲ ਕੀ ਕਹਿੰਦੇ ਆ क्वार्टाइल आएगा, ये हमेशा अगर आप अगर करते हैं एक्सआई चो आएगा। ठीक है हाँ जी, ठीक है गुड। ਹੁਣ क्वार्टाइल 3 ਤੇ ਆਰੋ प्लीज, क्वार्टाइल 3 ਤੇ ਆਰੋ। क्वार्टाइल 3 वास्ते 3 टाइम n plus 1 by 4, तो 3 टाइम n कितना अपने को रे, अपने को n है 49 plus 1 by 4, ठीक है। तो 3 टाइम 50 by 4 कैलकुलेशन करेंगे 2 थे 25, ठीक है 75 37.5, 37.5 आ रहा है। 37.5 ਦੇ ਆਪਾਂ ਅੱਗੇ ਜਾ ਕੇ ਦੇਖ ਲਾਂਗੇ वैल्यू। सो करें 37.5 तो हमारी एक तरह बस 37.5 है अपने को ना सर। 34 है, नहीं चलेगा नहीं चलेगा। उस ऊपर केड़ा है 41, 41 सामने क्या पे है 15। तब क्वार्टाइल 3 दी वैल्यू होगी 15, इस तरह क्वार्टाइल 1 दी वैल्यू आई थी 13। कौन चेक करो क्लास। नहीं नहीं, वी डोंट नीड टू राइट की ਆਪਾਂ ग्रेटर हम देख रहे हैं, वी जस्ट चेक की हाँ जितना आंसर आया अपने को 12.5 ਉਸ ਤੋਂ ਉੱਪਰ ਦੇਖਾਂਗੇ। ਇਹ ਅੰਡਰਸਟੂਡ ਹੁੰਦਾ ਹੈ ਐਗਜ਼ਾਮੀਨਰ ਦੁਆਰਾ। ਜੋ ਵੀ ਤੁਸੀਂ ਲਿਖੋਗੇ ਤੁਸੀਂ 12.5 ਕਰੋਗੇ, ਬਸ ਇਹਨਾਂ ਲਿਖ ਲਿਓ ਕਿ ਵੀ ਆਰ। ਅਗਰ ਮੈਂਸ਼ਨ ਕਰ ਦੋ ਤਾਂ ਜ਼ਿਆਦਾ ਬੈਟਰ ਹੈ ਯਾਰ, ਅਗਰ डाउट पूछे ਤੁਸੀਂ ਹੁਣ अगर लिख दो कि here that 12.5 term is the quartile, but if it is not we are looking for the greater term, लिख दो ज्यादा बेटर है। लिख दो कोई गल नहीं, लिख सकते हो, ठीक है ज्यादा बेटर है। 12.5 तो ऊपर टर्म के लिए 24, 24 सामने 13 पे है, सो अपने को जो क्वार्टाइल आएगा वो आ जाएगा 13। चेक करना प्लीज एक बार सारे। हाँ जी क्लास, डाउट है तक कोई, किसी ने डाउट हो गई। क्लियर, ठीक है जी, हाँ जी सब लोग ओके है। क्लियर, ठीक है जी, डन क्लास। ठीक है शाबाश। सो ਆਪਾਂ ਅੱਜ ਦੋ ਹੁਣ ਤੱਕ ਸੀਕੁਐਂਸ ਦੇਖੇ ਨੇ। ਦੂਜੇ ਸੀਕੁਐਂਸ ਆਪਾਂ ਨੇ ਦੇਖਿਆ ਐਕਸਆਈਐਫਆਈ ਦੇ ਨਾਲ। ਪਹਿਲਾ ਸੀਕੁਐਂਸ ਆਪਾਂ ਦੇਖਿਆ था
अगर आप गल करिए देखो जिन्ना हम तक लैक्चर पढ़े आप सवेर का हम तक एक बार रिकॉल कर लिए बस हल्का जा पहला आप पढ़े कि अपने को सीरीज होंगी है सीरीज अपने को क्या करती है 2 या 3 या 10 या 20 पार्ट में डिवाइड कर सकते हैं सपोज कोई भी सीरीज सो मीडियन की करती है मीडियन उस सीरीज नु दो इक्वल हाफ डिवाइड करती है ओके देन क्वार्टाइल क्वार्टाइल उसी सीरीज नु चार इक्वल हाफ डिवाइड करते हैं ओके इस दो तरह के क्वार्टाइल होंगे हैं लोअर क्वार्टाइल अपर क्वार्टाइल लोअर नु ਆਪਾਂ Q1 बोलते हैं अपर ਨੂੰ ਆਪਾਂ Q3 बोलते हैं ओके देन ਉਸ ਤੋਂ ਬਾਅਦ ਆਪਾਂ ਆਪਣੇ ਕੋਲ क्वेश्चन आया कि ਕਿਵੇਂ ਆਪਣੇ ਕੋਲ ਇੱਕ ਇੰਡੀਵਿਜੂਅਲ ਸੀਰੀਜ਼ ਆਏਗੀ ਉਹਦਾ ਕੁਆਰਟਲ ਕੱਢਣਾ ਹੈ ਫਾਰਮੂਲਾ है n+1/4 ਤੇ 3 टाइम्स n+1/4 ठीक है सीक्वेंस आया अरेंज नहीं था मैं अरेंज कर लिया अरेंज करके n की वैल्यू कट गई जो n की वैल्यू आई Q1 पुट की थर्ड टर्म आई दैट थर्ड टर्म इज द क्वार्टाइल फिर Q3 पुट की नाइन्थ आया नाइन्थ टर्म इज द क्वार्टाइल हो गया अपना क्लास देन अगेन एक सीरीज आई ऑलरेडी अरेंज थी अरेंज सीरीज चक्या 10 आया 10+1/4 2.75 आया एक फ्रैक्शन नंबर आ गया जब अपने फ्रैक्शन च नंबर आ गया तो आप की करेंगे 2 लिखांगे प्लस 0.75 टाइम्स लिखांगे थर्ड टर्म माइनस सेकंड टर्म थर्ड टर्म माइनस सेकंड टर्म सो 150 प्लस 3/4 टाइम में कितना कैलकुलेशन Q1 की वैल्यू आ गई क्वार्टाइल 1 क्लियर ऐसा ही क्वार्टाइल 3 आ गया सो होपफुली सारा क्लियर होया देन आफ्टर फिर एक सीक्वेंस साइज क्वेश्चन था देन ਆਪਾਂ ਸ਼ੁਰੂ ਕੀਤਾ ਕੁਆਰਟਾਈਲ ਦੇ ਫਾਰਮੂਲਾਜ਼ ਨੇ ਪਲੀਜ਼ ਨੋਟ ਕਰ ਸਕਦੇ ਹੋ ਜੇ ਕਿਤੇ ਰਹਿੰਦਾ ਹੈ ਕਿ ਕੁਆਰਟਾਈਲ ਕਿਵੇਂ ਕੱਢਦੇ ਆ Q1 ਦੀ ਵੈਲਿਊ ਹੈ n+1/4 ਟਰਮ Q3 ਦੀ ਹੈ 3 ਟਾਈਮ n+1/4 इंटर क्वार्टाइल रेंज का फार्मूला है Q3 माइनस Q1 कोफिशिएंट ऑफ क्वार्टाइल का फार्मूला है Q3 माइनस Q1 ओवर Q3 Q1 ते कोफिशिएंट डेविएशन का फार्मूला है Q3 माइनस Q1 बाय डन देन आफ्टर अपन एक्सेल केस देखिया पहला ए केस देखिया दूसरा ਹੁਣ ਆਪਾਂ ਅੱਗੇ ਵਧ ठीक है इतना सब क्लियर ऑफलाइन ऑनलाइन दोनों ओके जी शाबाश क्लास नाउ आओ इंटरवल चली थी जीके तीजा केस करिएगा ਹੁਣ ਆਪਾਂ ਨੂੰ क्लास मार्क्स ਦਿੱਤੇ ਹੋਏ ਨੇ ਜਾਂ क्लास इंटरवल ਦਿੱਤੇ ਹੋਏ ਨੇ ਉਹ ਹੈ ਆਪਣੇ ਕੋਲ 0 ਤੋਂ 10 10 ਤੋਂ 20 20 ਤੋਂ 30 30 ਤੋਂ 40 40 ਤੋਂ 50 ठीक है सर ਹੁਣ ਇੰਟਰਵਲ ਐਂਟਰ ਕਰ ਰਹੇ ਹਾਂ ਆਪਾਂ ਠੀਕ ਹੈ ਇੰਟਰਵਲ ਐਂਟਰ ਕਰਾਂਗੇ ਹੁਣ ਤੱਕ ਜਿਹੜੇ ਆਪਾਂ ਕੀਤੇ ਥੇ that were individual series और एक XIFI now we are start with the interval ठीक है जी so ਉਸ ਤੋਂ ਬਾਅਦ number of worker ਦਿੱਤੇ ਨੇ ਉਹਦੇ class interval ਉਹਦੇ ਆਪਣੇ ਕੋਲ ਹੈਗੇ ਨੇ 22 ਉਹਦੇ ਹੈ 38 then 46 then 35 and then 90 ठीक है जी ये नंबर आ गया सो ऑब्वियस गल है नंबर मतलब व्हाट FI सो आपका कटना की होगा इतने पहला CF जब भी FI ਦਿੱਤਾ रहेगा चाहे वो मीडियन ਦਿੱਤਾ रहे चाहे वो क्वार्टाइल ਦਿੱਤਾ रहे सब तो पहली कोशिश आपका कैलकुलेट करांगे और CF ओके जी CF 22 एज इट इज 22 ਤੇ 38 प्लस कर लो 2 30 ਤੇ 60 आ गया 146 आ गया सॉरी 106 है ना 106 आ जाएगा 141 आएगा 160 आ रहा है चेक कर रहा है क्लास 160 आ रहा है सबका ठीक है जी ਹੁਣ ਜਿਹੜਾ ਉਰੇ ਆਨਸਰ ਆਏਗਾ ਇਹਦੇ ਵਿੱਚ ਇੰਟਰਵਲ ਦੇ ਵਿੱਚ ਸਪੈਸ਼ਲੀ ਤਾਂ ਆਪਾਂ ਅਗਰ ਉਰੇ ਕੁਆਰਟਾਈਲ 1 ਕਟਾਂਗੇ ਉਹਦੇ ਵਾਸਤੇ ਕਰਨਾ ਹੁੰਦਾ ਆਪਾਂ ਨੇ n/4 टर्म n/4 n+1/4 नहीं करना है उन्होंने ठीक है थोड़ा चेंज है गुड तो इतने अपने को आया n/4 160/4 विच इज नथिंग बट 40 ये रूल है क्लास अगर अपने को इंडिविजुअल सीरीज आंदी है या XIFI आंदा है तो आप n+1/4 ਨਾਲ ਚੱਲਦੇ ਆ ਇਹਦੇ ਵਿੱਚ ਆਪਣੇ ਕੋਲ ਜਿਵੇਂ ਕੁਐਸਚਨ ਆਇਆ ਆਪਾਂ ਸਿੱਧਾ n/4 ਕਰਾਂਗੇ ਇੰਟਰਵਲ ਦੇ ਵਿੱਚ ਚਾਹੇ 160 ਜਿਹੜਾ n ਦੀ ਵੈਲਿਊ ਹੈ ਓਡ ਹੈ ਚਾਹੇ ਈਵਨ ਹੈ ਆਪਾਂ ਸਿਰਫ n/4 ਹੀ ਕਰਾਂਗੇ ਠੀਕ ਹੈ ਜਿਵੇਂ ਸਾਨੂੰ ਮੀਡੀਅਨ ਚ ਯਾਦ ਹੋਵੇ ਜੋ ਆਪਾਂ CF ਕਰਦੇ थे मीडियन च n/2 करते थे डज नॉट मैटर कि n इवन है या n ओड है सिमिलरली और डज नॉट मैटर कि ਜਿਹੜੀ ਕੈਪੀਟਲ ਦੀ n ਦੀ ਵੈਲਿਊ ਹੈ ਈਵਨ ਹੈ ਜਾਂ ਓਡ ਹੈ ਤੁਸੀਂ n/4 ਹੀ ਕਰਨਾ ਹੈ ਇਹ ਗੱਲ ਫਿਕਸ ਹੈ ਹੋਪਫੁਲੀ ਕਲੀਅਰ ਤੇ ਉਸ ਤੋਂ ਬਾਅਦ ਆਪਾਂ ਫਾਰਮੂਲਾ ਲਗਾਵਾਂਗੇ ਕੁਆਰਟਾਈਲ 1 ਦਾ
वो फॉर्मूला होएगा प्रॉपर L1 प्लस n/4 माइनस CF ओवर F इंटू H। अगर देखे रहे ये फॉर्मूला सेम है, इसी तरह सेम है फॉर्मूला, ये फॉर्मूला सेम है मीडियन तरह, बस मीडियन चोरे, मीडियन च ओरे अगर आप गल करते थे n/2 होता था, और L बाय अगर आप गल करते हैं 4 हो रहा है। सो चेक करो क्लास, इतना नोट करो प्लीज, किसी डाउट है बोलो। ठीक है। हम्म हूँ अपने को आया 40, प्लीज ध्यान देना, सारा फॉर्मूला एग्जीक्यूट करिए। अपने को आया 40, 40 तो ऊपर नंबर देखो सी एफ च, सर 40 तो है नहीं, नहीं है 60, आ सिलेक्ट हो गया सारा, आ सिलेक्ट हो गया। आ एल का रोल प्ले करेगा, एल आया 10, n/4, n/4 आप कर चुके हैं ऑलरेडी 40, सी एफ होंगी है सिलेक्टेड ਦੇ ਉੱਪਰ ਵਾਲੀ ਵੈਲਿਊ 22, एफ होंगी है सामने वाली वैल्यू 38, एच होंगे हाइट, हाइट है 10, सो 10 प्लस 18 बाय 38 इंटू 10, चेक करो प्लस, कैलकुलेशन चेक करो। हाँ जी संजीव जी 15 आंसर नहीं आएगा राजे, और थोड़ा अलग है फॉर्मूले ਨਾਲ ਚੱਲਣਾ ਪਏਗਾ ਤੁਹਾਨੂੰ, ਜੋ ਮੈਂ ਬੋਰਡ ਤੇ ਫਾਰਮੂਲਾ ਲਿਖਿਆ ਹੈ ਤੁਸੀਂ ਉਹਦੀ ਹੈਲਪ ਨਾਲ ਹੀ ਕਰੋਗੇ। ਇੱਥੇ 10 प्लस 4 पॉइंट अगर आप डिवाइड करते हैं 73 आ रहे हैं, अप्रोक्सीमेटली 14.73 क्वार्टाइल वन में, इस तरह में चेक करो प्लीज। नहीं नहीं 60 क्यों आएगा जी, इस तरह होता जाएगा, मेरी गल ध्यान सुनो प्लीज, ये थोड़ा या न्यू चीज सब ਲਈ फोकस करना। सब तो पहला जो अपने कोल इंटरवल्स आ गए, लाइक दिस इंटरवल आ गए, ਤੇ एफ आई आ गया, ਤੁਸੀਂ ਆਰਾਮ ਨਾਲ सी एफ पढ़ लो, सी एफ ने फर्स्ट वैल्यू एम बस जिगजैग प्लस करते चलो, प्लस करते चलो, प्लस करते चलो, जो भी एन आ गया ਤੁਸੀਂ इवन आए ऑड आए n/4 करना है, ओके सर कर लिया, हो गई वैल्यू आएगी 40, 40 ਨੂੰ सी एफ देखना पहला, सर 40 तो है नहीं जी, 40 के ऊपर क्या है 60, 60 का इंटरवल सिलेक्ट कर लो, ओके जयवीर प्लीज ध्यान सुनना मेरे, क्यों क्यों क्या आएगा, ਹੁਣ 40 ਆਇਆ 40 ਦੇ ਉੱਪਰ क्या है 60, 60 ਸਿਲੈਕਟ ਹੋ ਗਿਆ, ਤੇ ਇਹ ਦੀ ਵੈਲਿਊ ਹੁੰਦੀ ਹੈ L ਦੀ ਵੈਲਿਊ, ਤੇ L ਆ ਗਿਆ 10, n/4 ਅਬ ਕਿੰਨਾ ਹੀ ਹੋਇਆ 40 ਆ ਗਿਆ, CF ਚ ਪੁੱਟ ਕਰਨਾ ਹੁੰਦਾ ਹੈ ਜੋ ਸਿਲੈਕਟ ਹੋ ਤਾਂ ਉੱਪਰ ਵਾਲੀ ਵੈਲਿਊ, ਇਹ ਰੂਲ ਹੈ ਜਿਹੜੇ ਫਸਟ ਟਾਈਮ ਕਰ ਰਹੇ ਹੋ, ਜਦ ਤੁਸੀਂ ਜਿਵੇਂ 40 ਆਇਆ 40 ਤੋਂ ਨਹੀਂ ਮਿਲਿਆ 60 ਮਿਲ ਗਿਆ, 60 ਦੇ ਉੱਪਰ ਵਾਲੀ ਵੈਲਿਊ CF ਹੁੰਦੀ ਹੈ ਹਮੇਸ਼ਾ, ਔਰ ਆ ਗਈ ਆਪਣੀ CF ਵੈਲਿਊ 22, F ਹੁੰਦਾ ਸਾਹਮਣੇ ਵਾਲਾ, ਇਹ ਰੂਲ ਹੈ ਬੇਟਾ, ਇਹ ਵੀ ਚੱਕਣਾ ਪਊਗਾ। ਹਾਂਜੀ ਸੋ 38 ਆ ਗਿਆ F, ਤੇ ਇਹਨਾਂ ਦਾ ਹਾਈਟ ਡਿਫਰੈਂਸ ਕਿੰਨਾ ਹੈ 10, 10 ਆ ਗਿਆ। ਸੋ ਇਹ ਸੋਲਵ ਕੀਤਾ, दिस इज योर क्वार्टाइल वन, प्लीज अच्छी तरह नोट करो, अगर तुम समझ आई चंगी तरह इस। हाँ जी ओके सब देखो, ਹੁਣ ਇੱਥੇ ਆਪਾਂ ਕੁਆਰਟਲ 3 ਵੀ ਕੈਲਕੂਲੇਟ ਕਰ ਦਿੰਦੇ ਹਾਂ। क्वार्टाइल 3 वास्ते ऑब्वियस गल है, तुम 3n/4 जाओगे, 3 टाइम 160 बाय 4 40 120, ਹੁਣ 120 तो ऊपर लभोगे, 120 मिल जाए या 120 तो ऊपर, सर 120 तो नहीं मिल रहा है एग्जैक्ट, तो कोई गल नहीं आ मिल गया 141 वाला, एल कितना आ गया अपने को 30, ठीक है, इस तरह L2 जो आ गए, तो क्वार्टाइल का फॉर्मूला हो जाएगा 3 का L2 प्लस 3n/4 माइनस CF बाय F इंटू H, L2 आ गया 30 प्लस 120, CF के ऊपर वाला 106, F के सामने वाला, F के सामने वाला 35 इंटू हाइट का सेम रहेगी 10, सो 30 प्लस 14 बाय 35 इंटू 10, अगर आप कट लिए टेबल पे 7 दे 5 दे फिर रख लो, 7 2 जा 7 5 जा 5 1 जा 5 2 2 जा 4, 34 आंसर आ रहा है क्वार्टाइल 3 का, चेक करो किसी डाउट है बोलो, आराम में चेक करो, कोई जल्दबाजी नहीं है इसमें, और प्लीज मैंने रिस्पॉन्ड करो तो समझ आ गया।
कैलकुलेशन ही है बेटा, ध्यान नाल कर लो, कोई दिक्कत नहीं, कोई जल्दबाजी नहीं। ओके क्लियर जी, शाबाश शाबाश। सो सो कहंदा भाव की अपने करना की आ, जब थोड़े को इंटरवल आ गया, ओके सर इंटरवल आ गया, ठीक है, सब तो पहला इंटरवल लिखो, लिख लिया। इंटरवल लिखन तो बाद फ्रीक्वेंसी ਦਿੱਤੀ ਹੋਏਗੀ लिख लो, ਉੱਥੋਂ CF ਕੱਢ ਲਓ, CF ਕੱਢ ਲਿਆ। ਇੰਨਾ ਸਮਝਾਇਆ ਸਭ ਨੂੰ, ਓਕੇ ਜੀ। ਜਦੋਂ ਤੁਸੀਂ CF ਕੱਢ ਲਓਗੇ ਦੈਨ ਕੁਆਰਟਲ 1 ਕੱਢਣਾ ਹੈ। ਸਰ ਕੁਆਰਟਲ 1 ਕਿਵੇਂ ਕੱਢਣਾ ਹੈ? CF ਕਿੰਨਾ ਹੈ ਆਪਣੇ ਕੋਲ, ਸਮ CF ਦਾ 160, 160 ਨੂੰ ਡਿਵਾਈਡ ਬਾय 4 ਕਰਨਾ ਹੈ, ਜਿੰਨਾ ਵੀ ਆਏ 160 185 195 ਕੁਝ ਵੀ ਆਏ ਤੁਸੀਂ ਰਿਪੀਟ ਕਰੋ, ਠੀਕ ਹੈ ਸਰ। ਇਸ ਚੀਜ਼ ਨੂੰ ਡਿਵਾਈਡ ਕਰਨ ਲਈ ਕਰਤਾ ਸਰ, ਹੋ ਗਿਆ ਕਿੰਨਾ ਆਇਆ 40। 40 ਦੇ ਉੱਪਰ ਟੇਬਲ ਦੇਖੋ कि क्या टेबल अपने को 40 के ऊपर है सर या 40 है? नहीं सर 40 तो नहीं है। कितना अपने को 40 के ऊपर 60, 60 इंटर सेलेक्ट करो। एल कितना आ गया अपने को, 10, ओके। एन बाय 4 आ कितना वैल्यू 40, वो तो ऊपर वाली वैल्यू जो सिलेक्ट होया CF, सामने वाली वैल्यू F 38, डिस्टेंस कितना है 10 दा कट है। सो इस तरीके ਨਾਲ ਆਪਾਂ ਕੈਲਕੂਲੇਸ਼ਨ Q1 ਕੱਢਣੀ, ਠੀਕ ਹੈ। Q1 आ गया, Q3 ਤੇ ਆਣਾ है, Q3 सेम है सर, किवें सेम 3n by 4 कर लो, 3 n कितना है 160 by 4 कट गया 40, 3 या 120। और 120 टेबल्स देख लो, 120 टेबल्स देखो, या 120 ऊपर वैल्यू मिल जाए या छोटी मिल जाए, सॉरी बड़ी, 120 मिल जाए उससे बड़ी वैल्यू मिल जाए। सर 120 तो नहीं है, 141 चक लो कोई गल नहीं। 141 1 किस च आया, हाँ प्लीज ध्यान दो, सेट कर लिए, हाँ जी हाँ। क्वार्टाइल 3 वास्ते, क्वार्टाइल 3 वास्ते क्या करना है, 3n बाय 4 करना है, ओके। 3 टाइम n कितना आया 160 बाय 4 120, ओके जी। एन डन होया। 120 ऊपर देखो 141, ठीक है डन, सिलेक्ट हो गया। एल आ गया 30, ओके। एंड 3n बाय 4 कितना है 120, CF ਉਹਦੇ ਉੱਪਰਲੀ वैल्यू 106, ठीक है। F सामने वाली वैल्यू 35, ओके। हाइट सेम है, माइनस करके कटिंग करके आंसर आ गया। सो दिस इज Q3, प्लीज चेक। हाँ जी संजीव जी आया देखो समझ, बाकी देखो क्लास, ओके। बहुत सौखा था, ठीक है गुड। आसान लग रहा है, थोड़ी कैलकुलेशन ज्यादा है आई नो, इंडिविजुअल सीरीज बहुत ज्यादा आसान थी, एक्स एफ भी आसान था, ये भी आसान ही है, कुछ नहीं है, बस थोड़ा जा ध्यान ना देखो, थोड़ा रिपीटेशन करो, सुन लो दोबारा, एक बार दोबारा सुन लो इस चीज को, एक बार और फोकस करके देख लो, तो बहुत सौखा है, वैल्यू करनी है बस। आप फॉर्मूला याद रखना पड़ेगा, ये मीडियन की तरह फॉर्मूला है। क्या फॉर्मूला होया, Q1 इक्वल टू L1 प्लस n/4 माइनस CF ओवर F इंटू H। जो सिलेक्ट ਹੁੰਦਾ ਹੈ ਉਹਨੂੰ CF ਕਹਿੰਦੇ ਤੇ ਉੱਪਰ ਵਾਲੀ ਵੈਲਿਊ CF ਚ ਪੁੱਟ ਕਰਦੇ ਆ, F ਸਾਹਮਣੇ ਵਾਲੀ ਵੈਲਿਊ ਹੁੰਦੀ ਹੈ, H ਹਾਈਟ ਹੁੰਦੀ ਹੈ। ਅਗਰ ਦੋਨੋਂ ਕੈਲਕੂਲੇਟ ਕਰਕੇ ਲਿਖ ਦੋਗੇ ਯੂ ਵਿਲ गेट द राइट आंसर ऑफ Q1 एंड Q3। करना इको चीज है, n/4 करोगे Q1 आ जाएगा, 3n/4 करोगे Q3 आ जाएगा। दोहां कैलकुलेट कर लो, क्वार्टाइल्स आ जाएंगे, डेविएशन कटनी है, माइनस कर दो, अगर रेंज कटनी है, डेविएशन कटनी है हाफ कर दो, कोफिशिएंट कटना डेविएशन का Q3। हाँ जी बिल्कुल जयवीर, थोड़ा ध्यान रखना पड़ेगा कैलकुलेशन के लिए, ताकि मैं एक दो क्वेश्चन और कराऊंगा, प्रैक्टिस खुल जाएगा हाथ। बाकी है सिंपल बट ठीक है, थोड़ा सा ध्यान रखना पड़ेगा, बिल्कुल कह रहे हो, ठीक कह रहे हो। फॉर्मूला याद रखना पड़ेगा, प्लस थोड़ा ध्यान रखना पड़ेगा इस चीज का। सो होपफुली दसो समझ आया कि नहीं आया अभी तक सारा, ओके। कंसेप्ट दसो क्लियर हो, फिर आगे क्वेश्चन बढ़िए। इस तरह का एक क्वेश्चन और करते हैं, थोड़ा और क्लैरिटी आ जाएगी। कोई कुछ कहना चाहता है क्लास, बोल सकते हो माइक ओपन करके, कोई दिक्कत नहीं है, ठीक है जी, कंसेप्ट क्लियर हो गया, ओके जी गुड। सो होपफुली डन। नेक्स्ट देखो, एक क्वेश्चन और करते हैं इससे, थोड़ा और क्लैरिटी आ जाए। ਇੰਟਰਵਲ ਦਿੱਤੇ ਹੋਏ ਨੇ ਆਪਾਂ ਨੂੰ 0 ਤੋਂ 1, 1 ਤੋਂ 2, 2 ਤੋਂ 3, 3 ਤੋਂ 4, 4 ਤੋਂ 5, 5 ਤੋਂ 6, 6 ਤੋਂ 7, 7 ਤੋਂ 8, ओके। ये इंटरवल हो गया अपने को, ठीक है जी, ओके क्लियर, वेरी गुड।
फ्रीक्वेंसी ਦਿੱਤੀ ਹੋਈਆਂ ਨੇ ਆਪਾਂ ਨੂੰ 4 6 10 4 6 10 15 8 5 4 2 ठीक है जी। सब तो पहला करो, देखो सेम आ गया, ठीक है जी, गुड। सब तो पहला करो एफ सी एफ ਦਾ सी एफ 4 एज इट इज 6 4 10 10 ਤੇ 10 20 20 ਤੇ 15 35 35 35 ਤੇ 8 43 43 ਤੇ 5 48 48 ਤੇ 4 52 52 ਤੇ 2 54 ਸੋ n ਦੀ ਵੈਲਿਊ ਆ ਗਈ 54। ਚੈੱਕ ਕਰੋ, ਹੁਣ ਤਾਂ ਸੌਖਾ ਲੱਗੂ ਯਾਰ, ਇੱਕ ਕੁਐਸਚਨ ਕਰਨ ਤੋਂ ਬਾਅਦ ਤਾਂ ਮੇਰੇ ਹਿਸਾਬ ਨਾਲ ਕੰਮ ਈਜ਼ੀ ਹੋ ਜਾਂਦਾ। ਪਹਿਲਾ ਕੁਐਸਚਨ ਹੀ ਹੁੰਦਾ ਹੈ ਜਿਹੜਾ ਅੱਛੀ ਤਰ੍ਹਾਂ ਸਮਝਣਾ ਹੁੰਦਾ, ਉਸ ਤੋਂ ਬਾਅਦ ਤਾਂ ਕੰਮ ਓਕੇ ਹੋ ਜਾਂਦਾ ਵੀ ਠੀਕ ਹੈ ਯਾਰ ਸਮਝ ਆ ਗਿਆ। ठीक है जी 54 आ गया, गुड। सेम स्टेप रिपीट करो, Q1 की वैल्यू n प्लस 1/4, ठीक है जी। ये कर सकते हैं आप, बट इतने आप की सीखे कला n/4 का, कला n/4 जे सीक्वेंस आएगा। अगर आप गल करिए इंडिविजुअल या सीक्वेंस आएगा अपने कोल XIFI ਤਾਂ +1 ਲਾਂਗੇ ਆਪਾਂ, ਉਹਰੇ ਆਪਾਂ ਡਾਇਰੈਕਟ n/4 ਕਰਨਾ ਹੈ, ठीक है जी। अगर आप इस क्वेश्चन में डील कर रहे हैं तो सीधा n/4 कितना आएगा n/4 करके, हाँ जी क्लास करो जी करो, शाबाश। ऐसे क्यों गए, बस ऑफलाइन करो बेटा। 2 ਤੇ 27 13.5 13.5 हैगा ना सर, उस तो बड़ा है, बिल्कुल है सर, हाँ 20 हैगा। 13.5 तो नहीं है, बट जी 13.5 तो बड़ा कितना आ गया 20 का फॉर्मूला L1 क्यों L1 वास्ते n/4 माइनस CF ओवर F इंटू H। L1 कितना अपने को हो रहे 2 n/4 13.5 उस तो ऊपर CF आ वाला 10 सामने वाला F को आ वाला 10 इनटू हाइट, हाइट और बनती है, हाइट और बनती है। सो 2 प्लस 3.5 बाय 10 इंटू 1 2 प्लस 0.35 2.35 क्योंकि 0.1 चेक करो आंसर, देखो क्लास सारे एक बारी गुड वेरी गुड। चेक कर लो भाई सारे, चेक कर लो प्लीज, एक बारी कैलकुलेशन कर लो, फिर आप क्वार्टाइल खत्म हो जाऊगा, कल को आप डिसाइल ते परसेंटाइल ते आवांगे, ठीक है। चेक करना क्लास Q1 का आंसर सबका सेम आ गया, ठीक है जी। हाँ जी जयवीर ओके, संजीव महरम नवजोत देखो कोई डाउट है बेटा जी, ओके है तो ठीक है कि चलते हैं, ठीक है क्लियर जी, गुड शाबाश। वेरी गुड शाबाश। ठीक है जी चलिए आगे, हाँ जी Q3 वही 3n/4 3 टाइम यानी कि अपने को 54/4 है ना क्लास। सो 2 27 एरियो करोगे 81/2 अप्रोक्सीमेटली आप 40.5। देखो आई वैल्यू 40/5, 40 है नहीं, 43 तो है सर, 45 नहीं है कोई गल नहीं, 45 है। सो Q3 आंसर हो जाएगा L2 प्लस 3n/4 माइनस CF बाय F इंटू H। L2 कितना है और 4 प्लस 3n/2 40.5
उस तो उपरला CF 40.5 आ गया जो अपना सिलेक्ट होया था, उस तो उपरला CF 35 बाय F सामने वाली वैल्यू 8, हाइट एक चल रही है और ठीक है क्लास। हाँ जी, हाँ संजीव ठीक है। चेक करो प्लीज क्लास, चेक कैलकुलेशन करो, कोई गल नहीं है, बताइए टाइम इतना रहा ना, मैं चल रहे हैं आपको, कोई जल्दबाजी नहीं कर रहे इस चीज से। हाँ जी, फोन चेक करो। 5.5 में डिवाइड करना है मैंने 8 नाल। हाँ चेक करो, कैलकुलेशन चेक करो एक बारी। चेक करो क्लास, कोई डाउट है प्लीज पूछो। 4.68, हाँ जी, हाँ ठीक है जी, ठीक है, वेरी गुड। सब चेक कर लो प्लीज एक बारी। हाँ जी क्लास ओके, पहुंच गए सारे, देखो प्लीज हेलो, नोट कर लो प्लीज मिनटली, फिर अपन गल करते हैं। हाँ जी महरम, वेरी गुड वेरी गुड, बाकी देख लो प्लीज एक बारी, चेक कर लो, कोई डाउट है प्लीज पूछ लो। मैं तो इससे क्वेश्चन और दे देना, वो तुम करो कर लोगे, ठीक है, तो एक क्वेश्चन समझ आ गया होगा और करना की है इससे। पहुंच गए सारे, एक बार चेक करो फिर आगे बढ़िए। पहला Q1 कटना है, Q1 वास्ते फॉर्मूला रहेगा L1 प्लस n/4 माइनस CF ओवर F। Q3 कटना है, फॉर्मूला आएगा 3n/4 कर लांगे, वैल्यू आएगी 40.5। टेबल चेक कर लांगे, इस तो यही वैल्यू मिल जाए या इस तो वड्डी मिल जाए, जेडी वैल्यू मिल गई आप सॉल्व कर, ठीक है जी। सो आंसर आ रहा था फाइनली 4.6875, चेक कर लो सारे, ओके। बाकी रह गए क्लास ऑनलाइन ऑफलाइन, हो गया सब क्लियर, तब तक रिस्पॉन्ड कर दो। हाँ जी, टेबल बनने नहीं आएगा जी, ਤੁਹਾਨੂੰ XIFI ਲਿਖੇਗਾ ਟੇਬਲ ਤੁਸੀਂ ਬਣਾਉਣਾ ਹੋਊਗਾ, ਠੀਕ ਹੈ। ਤੁਹਾਨੂੰ ਅੱਜ ਅਸੀਂ ਕੋਸ਼ਿਸ਼ ਕਰਦੇ ਹਾਂ, ਅੱਜ ਆਫਟਰ ਈਵਨਿੰਗ ਤੱਕ, ਨਹੀਂ ਕੱਲ ਜਦੋਂ ਮੇਰੀ ਕਲਾਸ ਸ਼ੁਰੂ ਹੋਏਗੀ ਉਸ ਤੋਂ ਪਹਿਲਾਂ ਤੁਹਾਨੂੰ ਇੱਕ PDF ਆਪਣੇ WhatsApp ਗਰੁੱਪ ਜਾਂ Telegram ਗਰੁੱਪ 'ਚ ਮਿਲ ਜੇਗੀ। ਉਸ 'ਚ ਅਸੀਂ ਉਸੇ ਫਾਰਮੈਟ 'ਚ ਕੁਐਸਚਨ ਲਿਖ ਕੇ ਦੇਵਾਂਗੇ ਜਿਸ 'ਚ ਪੇਪਰ ਜਾਣਾ ਹੈ, ਠੀਕ ਹੈ ਜੀ। ਥੋੜਾ ਜਿਹਾ ਡਾਊਟ ਕਲੀਅਰ ਹੋ ਜਾਏਗਾ ਕਿ ਪੇਪਰ 'ਚ ਕਿਵੇਂ ਆਏਗਾ। ਹਾਂ ਬਟ ਇਹ ਸ਼ੋਰ ਆ, ਇਹ ਟੇਬਲ ਜਿਹੜਾ ਮੈਂ ਬਣਾ ਰਿਹਾ ਜਿਵੇਂ ਦਾ, ਇਹ ਤੁਹਾਨੂੰ ਆਪ ਬਣਾਉਣਾ, ਇਹ ਚੀਜ਼ ਤਾਂ ਆਪਾਂ ਆਪ ਬਣਾਵਾਂਗੇ, ठीक है। पेपर च किवें दा क्वेश्चन आएगा, किस तरह लिखा होएगा, ਉਹ ਤੁਹਾਨੂੰ ਅੱਜ ਦੀ PDF ਚੈੱਕ ਕਰਿਓ। ਮੈਂ ਕੁਝ PYQs ਨੇ 2013 ਦੇ, 15 ਦੇ, 18 ਦੇ, 20 ਦੇ, ਉਹ ਮੈਂ ਅਪਲੋਡ ਕਰਵਾ ਦੂੰਗਾ ਅੱਜ, ਠੀਕ ਹੈ ਜੀ। ਤਾਂ ਉਹ ਚੀਜ਼ ਦੇਖਿਓ, ਪ੍ਰੈਕਟਿਸ ਸ਼ੀਟ ਨਾਲ ਮਿਲ ਜੇਗੀ, ਥੋੜੀ ਹੋਰ ਪ੍ਰੈਕਟਿਸ ਕਰਨੀ ਇਸ ਚੀਜ਼ ਦੀ। ਹੈਲੋ ਹਾਂਜੀ ਹਾਂਜੀ ਸੰਜੀਵ ਜੀ। ਸਰ, ਇੱਕ ਨਾ ਮੇਰਾ ਡਾਊਟ ਸੀਗਾ, ਜਿਸ ਤਰ੍ਹਾਂ ਮਤਲਬ ਤੁਸੀਂ ਟੌਪਿਕ ਕਰਾ ਰਹੇ ਹੋ ਨਾ, ਇਹਦੇ ਇੱਕ ਸਾਨੂੰ ਇੰਡੈਕਸ ਦੇ ਦੂੰਗੇ ਕਿ ਵੀ ਟੌਪਿਕ ਕਿਹੜੇ ਕਿਹੜੇ ਟੌਪਿਕ ਆਪਣੇ ਸਿਲੇਬਸ ਦਾ ਪਾਰਟ ਹੈ। श्योर जी श्योर, मैं वैसे कल शायद प्रोवाइड की थी ਜਿਹੜੇ कंसर्न पर्सनस ने, बाकी आज मैं एक बार दे दूंगा, इंडेक्स मिल जाएगा जी, कोई ऐसी गल नहीं। ठीक है सर, ठीक है, थैंक बाकी यू। समझ आ गया चंगी तरह जी। हाँ जी सर, बहुत बढ़िया चल रहा है जी। ठीक है, ओके जी, ओके ओके ओके। सो क्लास ठीक है क्लास, सो इस तो अगे क्वेश्चन और नोट करो। एक क्वेश्चन ਤੁਸੀਂ ਆਪਣੀ ਪ੍ਰੈਕਟਿਸ ਰੱਖੋਗੇ। ਹਾਂਜੀ ਕਲਾਸ ਦਿੱਤੀ ਹੋਈ ਆਪਾਂ ਨੂੰ 0 ਤੋਂ 10 ਦੀ, 10 ਤੋਂ 20 ਦੀ, 20 ਤੋਂ 30, 40, 50, 60, 70, 80 ਤੱਕ ਇੰਟਰਵਲ ਆ ਗਏ। FI ਫ੍ਰੀਕੁਐਂਸੀ ਚ ਵੀ ਆਪਾਂ ਨੂੰ 5, 8, 7, 12, 28, 28, 20, 10 ਤੇ 10 ਆ ਲਓ ਕਲਾਸ। ਇੱਕ ਕੁਐਸਚਨ ਹੋਰ ਦੇਖ ਸਕਦੇ ਹੋ ਇਸ ਤਰ੍ਹਾਂ, ਠੀਕ ਹੈ ਜੀ। ਸੋ ਇਹ ਕੁਐਸਚਨ ਤੁਸੀਂ ਖੁਦ ਕਰ ਲਓਗੇ। ਬਿਲਕੁਲ ਜੀ, ਬਿਲकुल ਬਿਲकुल ਰਾਈਟ ਜੀ। ਇੱਕ PDF ਹੋਈ ਹੈ, ਉਹਦੇ ਵਿੱਚ ਮੀਨ ਮੀਡੀਅਨ ਮੋਡ ਦੇ ਕੁਐਸਚਨ ਦਿੱਤੇ ਗਏ ਨੇ, ਇੱਕ ਅੱਜ ਸ਼ੇਅਰ ਹੋ ਜਾਏਗੀ। ਉਸ ਚ ਮੀਨ ਮੀਡੀਅਨ ਮੋਡ, वेरिएंस, मीन डेविएशन ਤੇ क्वार्टाइल तक ਦੇ क्वेश्चन ਆ ਜਾਣਗੇ।
होपफुली आज नहीं कल फॉर श्योर। वैसा कोशिश आज ਦੀ हुई है, आप आज ही अपलोड करा देंगे, नहीं तो कल फॉर श्योर हो जू। ठीक है जी। सो ये क्वेश्चन ਤੁਸੀਂ ਕਰਕੇ ਰੱਖਣਾ प्लीज। ठीक है, इधर वही क्वार्टाइल 1 ਕੱਢਣਾ है, क्वार्टाइल 3 ਕੱਢਣਾ है, इंटर क्वार्टाइल रेंज ਕੱਢਣੀ है, कोफिशिएंट ऑफ क्वार्टाइल डेफिनेशन करनी है। ठीक है जी, कोफिशिएंट करना है क्वार्टाइल डेविएशन ਦਾ ਤੇ क्वार्टाइल डेविएशन। होपफुली सारा कुछ क्लियर हो गया ਅੱਜ ਦਾ। ਜਿੰਨੀ ਅੱਜ ਦੀ ਕਲਾਸ ਹੋਈ ਹੈ, ਮੇਰੇ ਖਿਆਲ ਨਾਲ ਸਾਰਾ ਟੌਪਿਕ ਬਹੁਤ ਡਿਟੇਲ ਚ ਕਵਰ ਹੋ ਗਿਆ ਔਰ ਤੁਹਾਨੂੰ ਆ ਗਿਆ। ਇੱਕ ਵਾਰੀ ਇਹ ਵੀਡੀਓ YouTube ਤੇ ਅਪਲੋਡ ਹੋ ਜਾਏਗੀ। ਠੀਕ ਹੈ ਜੀ, ਦੁਬਾਰਾ ਫੇਰ ਸੁਣ ਲਿਓ, ਆਪਣੇ ਵਿਊ ਸ਼ੇਅਰ ਕਰ ਦਿਓ ਪਲੀਜ਼ ਉੱਤੇ ਵੀ ਤੁਹਾਨੂੰ ਕਿਵੇਂ ਦਾ ਐਕਸਪੀਰੀਅੰਸ ਰਿਹਾ ਕਲਾਸ ਦਾ। ਠੀਕ ਹੈ, ਤੇ ਅਗਰ ਤੁਹਾਨੂੰ ਕੁਝ ਲੱਗੇਗਾ ਇਸ ਚ ਕਿ ਕੁਝ ਡਾਊਟ ਰਹਿ ਗਿਆ, ਜਦੋਂ ਕੱਲ ਦੀ ਕਲਾਸ ਸ਼ੁਰੂ ਹੋਏਗੀ ਤੁਸੀਂ ਕੱਲ ਪੁੱਛ ਸਕਦੇ ਹੋ। ਠੀਕ ਹੈ, ਫਿਰ ਆਪਾਂ ਸੈਸ਼ਨ ਤੇ ਰੋਕਦੇ ਹਾਂ। ਥੈਂਕ ਯੂ ਟੂ ਆਲ ਫॉर ਟੁਡੇ, एंड प्लीज इतना पढ़ के रखो जितना कराया है, रिवाइज करो। होपफुली आज तो सारा बहुत अच्छी तरह समझाया होना। प्रैक्टिस करो और फॉर्मूलाज लिखो। ठीक है, ओके जी, ओके। ठीक है क्लास, थैंक यू टू ऑल। आज ली कर लो कवर, कल उसे कर दिए। ठीक है जी, वेरी गुड, थैंक यू। ओके जी।